ਰੋਲ ਗੁਰਮਤਿ ਦੇ ਤੱਤ ਗਿਆਨ ਦੀ ਵਿਚਾਰ ਸੁਣਨ ਲਈ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਦੱਬੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਰੋਜ਼ਾਨਾ ਚੱਲ ਰਹੀ ਅਚਰਜ ਕਥਾ ਵਿਚਾਰ ਗੁਰਮਤਿ ਕਲਾਸ ਦੇ ਅੰਦਰ ਪਾਵਨ ਬਾਣੀ ਆਸਾ ਕੀ ਵਾਰ ਨੂੰ ਵਿਚਾਰਨ ਅਤੇ ਸਮਝਣ ਵਾਸਤੇ ਆਈਆਂ ਆਪ ਸਮੂਹ ਸੰਗਤਾਂ ਦਾ ਧੰਨਵਾਦ ਹੈ। ਜੀਓ ਆਇਆਂ ਆਖਦੇ ਹਾਂ। ਆਓ ਅੱਜ ਦੀ ਵਿਚਾਰ ਨਾਲ ਜੁੜਨਾ ਕਰੀਏ। ਦੀਨ ਦਿਆਲ, ਦੀਨ ਦਾ ਅਰਥ ਹੈ ਨਿਮਾਣਾ। ਤੂੰ ਨਿਮਾਣਿਆਂ ਉੱਤੇ ਦਇਆ ਕਰਨ ਵਾਲਾ ਹੈ, ਗਰੀਬਾਂ ਉੱਤੇ, ਅਨਾਥਾਂ ਉੱਤੇ ਦਇਆ ਕਰਨ ਵਾਲਾ ਹੈ, ਦੀਨਾਂ ਉੱਤੇ ਦਇਆ ਕਰਨ ਵਾਲੇ, ਦੀਨਾਂ ਨੂੰ ਆਪਣੀ ਦਇਆਲਤਾ ਨਾਲ ਨਿਵਾਜਣ ਵਾਲੇ। ਸੁਣ ਬੇਨਤੀ, ਮੇਰੀ ਬੇਨਤੀ ਸੁਣ। ਹੁਣ ਬੇਨਤੀ ਹੈ ਇਹਦੇ ਅੱਗੇ ਹਰ ਪ੍ਰਭ ਹਰ ਰਾਇਆ ਰਾਮ ਰਾਜੇ। ਜਿਹੜਾ ਹਰ ਪ੍ਰਭ ਹਰ ਰਾਇਆ ਹੈ, ਰਾਇਆ ਦਾ ਅਰਥ ਹੁੰਦਾ ਵੱਡਾ। ਜਿਹੜਾ ਬਾਦਸ਼ਾਹ ਹੁੰਦਾ ਨਾ, ਚੱਕਰਵਰਤੀ ਬਾਦਸ਼ਾਹ, ਜਿਸ ਦਾ ਸਾਰੇ ਪਾਸੇ ਛਤਰ ਝੁਲਦਾ, ਚੌਰ ਝੁਲਦਾ, ਸਾਰੇ ਪਾਸੇ ਨਾਮ ਹੁੰਦਾ, ਉਹਨੂੰ ਹਰ ਰਾਇਆ ਕਹੇ। ਤੂੰ ਹਰ ਪ੍ਰਭ ਹਰ ਰਾਇਆ ਹੈ। ਤੇਰੇ ਚਰਨਾਂ ਵਿੱਚ ਬੇਨਤੀ ਹੈ। ਬੇਨਤੀ ਕੀ ਹੈ? ਹਉ ਮੰਗੋ ਸ਼ਰਨ ਹਰ ਨਾਮ ਕੀ, ਹਰ ਹਰ ਮੁਖ ਪਾਇਆ। ਕਹਿੰਦੇ ਮੈਂ ਮੰਗ ਰਿਹਾ ਤੇਰੇ ਤੋਂ ਹਰੀ ਨਾਮ ਦੀ ਸ਼ਰਨ। ਨਾਮ ਮੰਗ ਰਿਹਾ ਤੇ ਨਾਮ ਦੀ ਸ਼ਰਨ ਮੰਗ ਰਿਹਾ। ਹਰ ਹਰ ਮੁਖ ਪਾਇਆ। ਮੈਂ ਨਾਮ ਦੀ ਸ਼ਰਨ ਕਿਉਂ ਮੰਗਦਾ? ਕਿਉਂਕਿ ਸ਼ਰਨ ਇੱਕ ਐਸੀ ਚੀਜ਼ ਹੈ, ਸ਼ਰਨ ਹਮੇਸ਼ਾ ਆਪਣੇ ਤੋਂ ਵੱਡੇ ਦੀ ਮੰਗੀ ਜਾਂਦੀ ਹੈ, ਆਪਣੇ ਤੋਂ ਤਾਕਤਵਰ ਦੀ ਮੰਗੀ ਜਾਂਦੀ ਹੈ, ਆਪਣੇ ਤੋਂ ਜਿਹੜਾ ਅੱਗੇ ਹੋਵੇ ਗੁਣਾਂ ਵਿੱਚ, ਕਲਾ ਵਿੱਚ, ਨਾਮ ਵਿੱਚ, ਤਾਕਤ ਵਿੱਚ, ਪਾਵਰ ਵਿੱਚ, ਉਹਦੀ ਅਸੀਂ ਸ਼ਰਨ ਮੰਗਦੇ ਹਾਂ, ਉਹਦਾ ਸਾਥ ਮੰਗਦੇ ਹਾਂ। ਕਹਿੰਦੇ ਤੇਰੀ ਸ਼ਰਨ ਤਾਂ ਮੰਗਦੇ ਹਾਂ, ਤੇਰਾ ਜਿਹੜਾ ਨਾਮ ਹੈ ਸਭ ਤੋਂ ਵੱਡਾ ਹੈ, ਤੇਰੀ ਕਲਾ ਸਭ ਤੋਂ ਵੱਡੀ ਹੈ, ਤੇਰੀ ਸ਼ਕਤੀ ਸਭ ਤੋਂ ਵੱਡੀ ਹੈ, ਤੇਰਾ ਗਿਆਨ ਸਭ ਤੋਂ ਵੱਡਾ ਹੈ। ਇਸ ਕਰਕੇ ਮੈਂ ਹਰੀ ਨਾਮ ਦੀ ਸ਼ਰਨ ਮੰਗਦਾ। ਹਰ ਹਰ ਮੁਖ ਪਾਇਆ, ਹੇ ਹਰੀ ਜੀ ਇਹੀ ਮੇਰੇ ਮੁਖ ਵਿੱਚ ਪਾਇਆ ਜਾਏ। ਭਾਵ ਕੀ ਹੈ? ਇਹੀ ਮੇਰੀ ਝੋਲੀ ਵਿੱਚ ਪਾਇਆ ਜਾਏ। ਮੇਰੀ ਇਹ ਡਿਮਾਂਡ ਪੂਰੀ ਕੀਤੀ ਜਾਏ ਕਿ ਮੈਨੂੰ ਨਾਮ ਦੀ ਸ਼ਰਨ ਵਿੱਚ ਲੈ ਲਿਆ ਜਾਏ, ਜਾਂ ਮੈਨੂੰ ਨਾਮ ਦੀ ਦਾਤ ਮਿਲ ਜਾਏ। ਭਗਤ ਵਛਲ ਹਰ ਬਿਰਧ ਹੈ, ਹਰ ਲਾਜ ਰਖਾਇਆ। ਹੁਣ ਵੈਸੇ ਜੇ ਅਸੀਂ ਵਿਆਕਰਣ ਦੇ ਮੁਤਾਬਿਕ ਪੜਾਂਗੇ ਤੇ ਉੱਥੇ ਇਹਨੂੰ ਭਗਤ ਸ਼ਬਦ ਪੜ੍ਹਦੇ ਨੇ। ਉਹ ਕਹਿੰਦੇ ਨੇ ਵੀ ਤਿੰਨ ਤਰ੍ਹਾਂ ਦਾ ਭਗਤ ਵਰਡ ਆਉਂਦਾ ਹੈ। ਤੱਤੇ ਨੂੰ ਸਿਹਾਰੀ, ਤੱਤੇ ਨੂੰ ਔਂਕੜ ਤੇ ਤੱਤਾ ਮੁਕਤਾ। ਬਟ ਜਦੋਂ ਅਸੀਂ ਹੁਣ ਮੈਂ ਭਗਤ ਪੜ੍ਹਦਾ, ਤੁਹਾਨੂੰ ਸੁਣਨ ਵਾਲੇ ਨੂੰ ਵੀ ਨਹੀਂ ਪਤਾ ਲੱਗਣਾ ਵੀ ਕਿਹੜਾ ਭਗਤ ਪੜ੍ਹਿਆ, ਇਸ ਭਗਤ ਦੇ ਅਰਥ ਕੀ। ਬਟ ਜੇ ਮੈਂ ਭਗਤ ਦੇ ਤੱਤੇ ਦੀ ਸਿਹਾਰੀ ਦਾ ਉਚਾਰਨ ਕਰਾਂਗਾ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਤੱਤੇ ਨੂੰ ਸਿਹਾਰੀ ਵਾਲਾ ਭਗਤ ਉਚਾਰਿਆ ਤੇ ਇਹਦਾ ਅਰਥ ਭਗਤੀ ਹੁੰਦਾ ਹੈ। ਇਸਤਰੀ ਲਿੰਗ ਸ਼ਬਦ ਹੈ। ਭਗਤੀ ਵਛਲ, ਕਿਉਂਕਿ ਅਰਥ ਭਗਤੀ ਹੋਣਾ ਹੈ, ਇਸ ਕਰਕੇ ਤੱਤੇ ਨੂੰ ਸਿਹਾਰੀ ਬੁਲਾਉਣੀ ਹੈ, ਬਿਹਾਰੀ ਨਹੀਂ ਬੁਲਾਉਣੀ। ਇਹ ਵੀ ਫਰਕ ਰੱਖਿਓ। ਇੱਕ ਤਾਂ ਹੁੰਦਾ ਭਗਤੀ, ਭਗਤੀ ਨਹੀਂ, ਭਗਤੀ। ਭਗਤੀ ਵਛਲ ਹਰ ਬਿਰਧ ਹੈ, ਹਰ ਲਾਜ ਰਖਾਇਆ। ਤੇਰਾ ਜਿਹੜਾ ਬਿਰਧ ਹੈ ਨਾ, ਬਿਰਧ ਦਾ ਅਰਥ ਹੁੰਦਾ ਸੁਭਾਅ, ਜਿਹੜਾ ਮੁੱਢ ਕਦੀਮਾਂ ਦਾ ਸੁਭਾਅ ਹੈ। ਆਰੰਭ ਤੋਂ ਤੇਰਾ ਜਿਹੜਾ ਸੁਭਾਅ ਹੈ ਉਹ ਇਹ ਹੈ ਕਿ ਤੂੰ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ, ਆਪਣੇ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ, ਉਹਨਾਂ ਦੀ ਹਰ ਥਾਂ ਤੇ ਸਹਾਇਤਾ ਕਰਨ ਵਾਲਾ ਹੈ। ਹਰ ਬਿਰਧ ਹੈ ਹਰੀ ਜੀ, ਇਹ ਤੇਰਾ ਬਿਰਧ ਹੈ, ਤੇਰਾ ਸੁਭਾਅ ਹੈ। ਹਰ ਲਾਜ ਰਖਾਇਆ, ਇੱਕ ਤੂੰ ਹੈ ਜਿਹੜਾ ਸਾਡੀ ਲਾਜ ਰੱਖਦਾ ਹੈ, ਜਾਂ ਭਗਤਾਂ ਦੀ ਲਾਜ ਰੱਖਦਾ। ਆਪਾਂ ਸਮਾਪਤੀ ਤੇ ਜਾ ਕੇ ਜਿਹੜਾ ਛੰਤ ਪੜ੍ਹਦਾ ਨਾ, ਬਿਲਕੁਲ 24ਵਾਂ, ਉਹ ਇਹੀ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆ ਰਾਮ ਰਾਜ। ਜੁਗਾਂ ਜੁਗਾਂ ਵਿੱਚ ਤੂੰ ਭਗਤ ਵੀ ਪੈਦਾ ਕੀਤੇ ਤੇ ਉਹਨਾਂ ਦੀ ਪੈਜ ਵੀ ਰੱਖੀ ਹੈ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆ। ਧੁਰ ਤੋਂ ਰੱਖਦਾ ਹੈ ਨੇ, ਧੁਰ ਤੂੰ, ਧੁਰ ਤੋਂ ਤੂੰ ਰੱਖਦਾ ਆ ਰਿਹਾ ਹੈ, ਧੁਰੋਂ ਰੱਖਦਾ ਆ ਰਿਹਾ ਹੈ। ਇਹਨਾਂ ਦੀ ਭਗਤਾਂ ਦੀ, ਜਿਹੜਾ ਤੇਰਾ ਭਗਤ ਬਣ ਜਾਏ ਉਹਦੀ ਪੈਜ ਰੱਖਦਾ, ਉਹਨੂੰ ਪਿਆਰ ਕਰਨ ਵਾਲਾ ਹੈ, ਉਹਨੂੰ ਭਗਤੀ ਦੀ ਦਾਤ ਦੇਣ ਵਾਲਾ ਹੈ। ਹੁਣ ਪੈਜ ਕਿਹੜੀ ਰੱਖਦਾ? ਉਹਦੀ ਰੱਖਿਆ ਕਿਵੇਂ ਕਰਦਾ ਹੈ? ਇੱਕ ਹੁੰਦੀ ਹੈ ਸਰੀਰ ਦੀ ਰੱਖਿਆ। ਮੰਨ ਲਓ ਵੀ ਸਰੀਰ ਕਸ਼ਟ ਵਿੱਚ ਪੈ ਗਿਆ, ਸਰੀਰ ਦੇ ਉੱਪਰ ਹੁਣ ਕੋਈ ਰੋਗ ਲੱਗ ਗਿਆ, ਸਰੀਰ ਨੂੰ ਕੋਈ ਸਮੱਸਿਆ ਪੈਦਾ ਹੋ ਗਈ, ਅਸੀਂ ਕਹਾਂਗੇ ਡਾਕਟਰ ਕੋਲ ਚੱਲੇ, ਅਸੀਂ ਡਾਕਟਰ ਕੋਲ ਜਾ ਕੇ ਇਲਾਜ ਕਰਾਉਂਦੇ ਹਾਂ, ਵੈਦਾਂ ਕੋਲ ਜਾ ਕੇ। ਇੱਕ ਹੁੰਦੀ ਹੈ ਸਿਦਕ ਦੀ ਰੱਖਿਆ ਕਰਨੀ, ਮਨ ਦਾ ਅਡੋਲ ਹੋ ਜਾਣਾ।
ਜਦੋਂ ਮਨ ਪੂਰਨ ਰੂਪ ਵਿੱਚ ਭਗਤੀ ਨਾਲ, ਸੱਚ ਨਾਲ, ਗੁਰੂ ਨਾਲ, ਸ਼ਬਦ ਨਾਲ ਜਾਂ ਨਾਮ ਨਾਲ ਜੁੜ ਕੇ ਅਡੋਲ ਹੋ ਜਾਏ, ਉਹਦੇ ਭਰੋਸੇ ਵਿੱਚ ਆ ਜਾਏ, ਉਹਦੇ ਪਿਆਰ ਵਿੱਚ ਆ ਜਾਏ, ਮਨ ਨੂੰ ਕੋਈ ਵਿਸ਼ਾ ਵਿਕਾਰ, ਦੁੱਖ, ਅਗਨ, ਕੋਈ ਬਿਪਤਾ, ਚਿੰਤਾ ਭਰਮਾ ਜਾਂ ਡੁਲਾ ਨਾ ਸਕੇ, ਉੱਥੇ ਸਮਝ ਲਓ ਉਹਦੇ ਸਿਦਕ ਦੀ ਰੱਖਿਆ ਹੋਈ ਹੈ। ਭਗਤ ਪ੍ਰਹਿਲਾਦ ਦੀ ਇਸੇ ਤਰ੍ਹਾਂ ਰੱਖਿਆ ਕੀਤੀ ਹੈ। ਭਗਤ ਪ੍ਰਹਿਲਾਦ ਅੰਤ ਤੱਕ ਡੁੱਲੇ ਨਹੀਂ। ਕਿਹਾ ਗਿਆ ਵੀ ਤੂੰ ਰਾਮ ਕਹਿਨ ਕੀ ਛੋਟ ਬਾਣ, ਤੁਝ ਤੁਰਤ ਬਚਾਓ ਮੇਰੋ ਕਹਿਓ ਮਾਨ। ਮਾਂ ਨੇ ਕਿਹਾ ਮੇਰਾ ਕਹਿਣਾ ਮੰਨ ਲੈ, ਮੈਂ ਤੈਨੂੰ ਹੁਣੇ ਬਚਾ ਲਾਂਗੀ, ਤੂੰ ਰਾਮ ਰਾਮ ਦੀ ਜਿੱਦ ਛੱਡ ਦੇ। ਬਾਣ ਦਾ ਅਰਥ ਹੁੰਦਾ ਜਿੱਦ। ਤੂੰ ਕਿਉਂ ਰਾਮ ਰਾਮ ਦੀ ਜਿੱਦ ਫੜੀ ਹੈ? ਕਹਿੰਦੀ ਛੱਡ ਦੇ। ਤੂੰ ਆਪਣੇ ਪਿਓ ਦਾ ਤੂੰ ਵੀ ਕਹਿ ਲੈ ਵੀ ਹਾਂ ਮੇਰਾ ਪਿਓ ਵੀ ਜਲ ਹਰਨਾਕ ਛਲ ਹਰਨਾਕ। ਪਰ ਇਸੇ ਕਰਕੇ ਭਗਤ ਪ੍ਰਹਿਲਾਦ ਦੀ ਉਦਾਹਰਣ ਆਈ ਹੈ ਨਾ। ਭਗਤ ਵਿਚਲ ਹਰ ਬਿਰਧ ਹੈ। ਉਹ ਅਸਲੀ ਭਗਤ ਸੀ, ਉਹ ਦਿਖਾਵੇ ਵਾਲੇ ਭਗਤ ਨਹੀਂ ਸਨ। ਉਹਨਾਂ ਦੇ ਅੰਦਰ ਭਗਤੀ ਭਾਵ ਸੀ। ਉਹ ਇੱਕ ਨੂੰ ਸਮਰਥ ਸੀ, ਇੱਕ ਨਾਲ ਇੱਕ ਦਾ ਚਾਨਣ ਸੀ, ਇੱਕ ਦੀ ਸੁੱਝ ਸੀ। ਉਹਨੂੰ ਪਤਾ ਸੀ ਵੀ ਇੱਕ ਵਰਗਾ ਕੋਈ ਹੋ ਨਹੀਂ ਸਕਦਾ। ਮੇਰਾ ਪਿਓ ਤੇ ਅੱਜ ਹੈ, ਕੱਲ ਨੇ ਹੋਣਾ ਨਹੀਂ। ਦਿਨੋਂ ਦਿਨ ਬੁੱਢਾ ਹੈਗਾ, ਬੁੱਢਾ ਹੋ ਕੇ ਖਤਮ ਹੋ ਜਾਏਗਾ। ਮੈਂ ਇਹਦਾ ਨਾਮ ਕਿਉਂ ਜਪਾਂ, ਮੈਂ ਫਿਰ ਉਹਦਾ ਕਿਉਂ ਨਾ ਜਪਾਂ ਜਿਹੜਾ ਸਦਾ ਹੀ ਹੈ। ਉਹਨਾਂ ਕਿਹਾ ਨਾ ਮੁਖ ਕਾਲ ਜਾਲ ਭਾਵੇਂ ਮਾਰ ਡਾਰ, ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜਨ ਸੋ ਨਹੀਂ ਕਾਮ। ਉੱਥੇ ਭਗਤ ਦੀ ਪੈਜ ਵੀ ਫਿਰ ਰੱਖੀ ਹੈ, ਜਾਨੀ ਵੀ ਰੱਖੀ ਤੇ ਮਾਲੀ ਵੀ, ਸਿਦਕ ਦੀ ਪੈਜ ਵੀ ਰੱਖੀ। ਐਂ ਕਿਹਾ ਭਗਤਾਂ ਦੀ ਸਦਾ ਤੋਂ ਰੱਖ। ਭਗਤ ਫਿਰ ਡੋਲਦਾ ਨਹੀਂ, ਭਗਤ ਅਡੋਲ ਹੋ ਜਾਂਦਾ ਹੈ। ਹੁਣ ਆਪਾਂ ਦੂਸਰੇ ਪਾਸੇ ਗੱਲ ਕਰੀਏ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋ ਰਹੀ ਹੈ। 3 ਸਿੱਖਾਂ ਦੀ ਨਾਲ ਸ਼ਹਾਦਤ ਹੋਈ। ਸਿੱਖਾਂ ਨੂੰ ਪਹਿਲਾਂ ਲਾਲਚ ਦਿੱਤਾ ਗਿਆ, ਡਰਾਬੇ ਦਿੱਤੇ ਗਏ, ਪਰ ਸਿੱਖ ਅਡੋਲ ਨੇ। ਕਿਉਂ? ਸਿੱਖ ਭਗਤੀ ਵਿੱਚ ਰਤੇ ਨੇ, ਉਹਨਾਂ ਦੇ ਸਿਦਕ ਦੀ ਰੱਖਿਆ ਹੋਈ। ਅਕਾਲ ਪੁਰਖ ਨਾਲ ਜੁੜੇ ਤੇ ਉਹਨੇ ਅਡੋਲ ਰੱਖੇ, ਨਹੀਂ ਡੋਲਣ ਦਿੱਤੇ। ਆਰਾ ਵੀ ਚੱਲ ਗਿਆ, ਬੰਦ ਕੱਟੇ ਗਏ, ਕੋਪਰੀਆਂ ਲੈ ਗਈਆਂ, ਚਰਖੀਆਂ ਤੇ ਚੜੇ ਗਏ, ਜਿਉਂਦੇ ਅੱਗਾਂ ਵਿੱਚ ਸਾੜੇ ਗਏ। ਸਭ ਕੁਝ ਹੋਇਆ ਸਾਡੀ ਕੌਮ ਦੇ ਵਿੱਚ, ਕਿੰਨੀਆਂ ਸ਼ਹੀਦੀਆਂ ਹੋਈਆਂ। ਇਹੀ ਭਗਤੀ ਹੈ। ਭਗਤੀ ਹੁੰਦੀ ਹੈ ਵੀ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀ ਉਹ ਹੈ ਢਾਰ। अब हम चली ठाकुर पे हार, जब हम शरण प्रभु की आई, राख प्रभु भावें मार भावें रख ले, मार ले, पर अपने शरण विचों बाहर ना भेजी। ताही ऊपर मंगिया मांगो शरण हर नाम की, क्योंकि प्रभु की शरण सगल पै लाथे, सारे पै डर इत्थे आके लै जांदे ने, दूर हो जाते हैं। भगत विचल हर बिरद है, हर लाज रखाया, जन नानक शरणागति हर नाम कराया। कहते दास नानक तेरी शरण विच है। हे प्रभु, हे वाहिगुरु जी, दास नानक तेरी शरण विच है, हर नाम तराया। ते जिहड़ा तेरे नाम नाल जुड़दा है वो तर जांदा है, ਉਹਨੂੰ ਤੂੰ ਭਵ ਸਾਗਰ ਤੋਂ ਤਾਰ ਲੈਂਦਾ ਹੈ। ਇੱਥੇ ਤੱਕ ਇਹ ਪਹਿਲਾ ਸ਼ਲੋਕ ਪੂਰਾ ਹੋਇਆ ਤੇ ਹੁਣ ਅੱਗੇ ਸ਼ਲੋਕ ਸ਼ੁਰੂ ਹੁੰਦਾ। ਸ਼ਲੋਕ ਮਹੱਲਾ ਪਹਿਲਾ। ਭੈ ਵਿੱਚ ਪਵਨ ਵਹਿ ਸਦਵਾਓ, ਜਿੱਥੋਂ ਆਪਾਂ ਅੱਜ ਦਾ ਜਿਹੜਾ ਚੌਥਾ ਸ਼ਲੋਕ ਸ਼ੁਰੂ ਕਰ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆ। ਹੁਣ ਚੌਥਾ ਸ਼ਲੋਕ ਹੈ, ਚੌਥੀ ਪੌੜੀ ਹੈ, ਪਹਿਲਾ ਸ਼ਲੋਕ ਹੈ। ਕਹਿੰਦੇ ਤੇਰੇ ਭੈ ਵਿੱਚ, ਮੈਂ ਜਿਹਦੀ ਸ਼ਰਨ ਵਿੱਚ ਆਇਆ ਨਾ, ਕਿਉਂ ਸ਼ਰਨ ਵਿੱਚ ਆਇਆ ਤੇਰੇ ਵਿੱਚ, ਤੇਰੀ ਸ਼ਰਨ ਕਿਉਂ ਮੰਗਦਾ ਹਾਂ? ਕਿਉਂਕਿ ਸਾਰਾ ਕੁਛ ਤੇਰੇ ਭੈ ਵਿੱਚ ਹੈ, ਤੇਰੇ ਡਰ ਵਿੱਚ ਹੈ। ਹੁਣ ਦੇਖੋ, ਧਿਆਨ ਦਿਓ, ਡਰ ਇੱਕ ਐਸੀ ਚੀਜ਼ ਹੈ ਜਿਹੜੀ ਮਨੁੱਖ ਦੇ ਨਾਲ ਜਨਮ ਜਾਤ ਚੱਲੀ ਆ ਰਹੀ ਹੈ। ਭੈ ਵਿੱਚ, ਭੈ ਦਾ ਅਰਥ ਹੈ ਡਰ ਵਿੱਚ, ਹਵਾ ਵਹਿ ਰਹੀ ਹੈ। ਹੁਣ ਜਿਹੜੀ ਆਪਾਂ ਗੱਲ ਕਰਨ ਲੱਗਿਆ, ਡਰ ਹਰ ਮਨੁੱਖ ਦੇ ਅੰਦਰ ਜਨਮ ਜਾਤ ਹੈ। ਜਨਮ ਜਾਤ ਵੀ ਹੈ, ਬਲਕਿ ਜਨਮ ਤੋਂ ਹੈ। ਡਰ ਵਿਆਪਕ ਹੁੰਦਾ ਹੈ, ਡਰ ਹਮੇਸ਼ਾ ਹੁੰਦਾ ਹੈ। ਕਿਸੇ ਅੰਦਰ ਥੋੜਾ ਹੈ, ਕਿਸੇ ਅੰਦਰ ਬਹੁਤ ਹੈ, ਫਰਕ ਇਹੀ ਹੁੰਦਾ। ਪਰ ਮਨੁੱਖ ਅਸੀਂ ਪਹੁੰਚਣਾ ਕਿੱਥੇ ਤੱਕ ਹੈ? ਸਾਡੀ ਮੰਜ਼ਿਲ ਹੈ ਅਸੀਂ ਨਿਰਭਉ ਹੋਣਾ, ਡਰ ਤੋਂ ਰਹਿਤ, ਨਿਰਭਉ ਤੱਕ ਪਹੁੰਚਣਾ। ਤੇ ਉਹਦੇ ਤੱਕ ਪਹੁੰਚਾਂਗੇ ਉਦੋਂ ਜਦੋਂ ਨਿਰਭਉ ਹੋ ਜਾਵਾਂਗੇ, ਡਰ ਤੋਂ ਪਰੇ ਨਿਕਲ ਜਾਵਾਂਗੇ। ਹੁਣ ਡਰ ਦੇ 2 ਪ੍ਰਕਾਰ ਨੇ। ਇੱਕ ਹੈ ਮਾਇਆ ਦਾ, ਮਾਇਆਵੀ ਡਰ। ਇਹਦੇ ਬਹੁਤ ਰੂਪ ਨੇ ਮਾਇਆਵੀ ਡਰ ਦੇ, ਸੰਸਾਰੀ ਡਰ ਕਹਿ ਲਓ। ਹਾਂ, ਜਿਵੇਂ ਇਹਦੇ ਵਿੱਚ ਹੁਣ ਦੇਖੋ ਰਿਸ਼ਤਿਆਂ ਦਾ ਡਰ ਹੁੰਦਾ ਹੈ, ਇਹਦੇ ਵਿੱਚ ਮਨੁੱਖਾਂ ਦਾ ਡਰ ਹੈ, ਆਪਣੇ ਤੋਂ ਵੱਡੇ ਦਾ ਡਰ ਹੈ, ਆਪਣੇ ਤੋਂ ਤਾਕਤਵਰ ਦਾ ਡਰ ਹੈ, ਹਨਾ, ਡਰ ਹੈ। ਪੈਸੇ ਜੋੜੇ ਹੋਏ ਨੇ ਉਹਨਾਂ ਦੇ ਖੋ ਜਾਣ ਦਾ ਡਰ ਹੈ, ਘਰ ਦੇ ਲੁੱਟੇ ਜਾਣ ਦਾ ਡਰ ਹੈ। ਇਸੇ ਕਰਕੇ ਹਰੇਕ ਘਰਾਂ ਵਿੱਚ ਤਾਲੇ, ਦੁਕਾਨਾਂ ਨੂੰ ਤਾਲੇ, ਜਿੰਦੇ, ਤਿਜੋਰੀਆਂ, ਸਭ ਕੁਛ ਛੇਪ। ਕਿਉਂ? ਕਿਉਂਕਿ ਡਰ ਹੈ ਕੁਛ ਚੱਕਿਆ ਨਾ ਜਾਏ, ਲੁੱਟਿਆ ਨਾ ਜਾਏ।
ਹਰ ਚੀਜ਼ ਅਸੀਂ ਲੌਕ ਵਿੱਚ ਸੇਵ ਵਿੱਚ ਰੱਖਦੇ ਹਾਂ। ਡਰ ਹੈ, ਖੋ ਜਾਣ ਦਾ ਡਰ ਹੈ, ਸਰੀਰ ਦੇ ਰੋਗੀ ਹੋ ਜਾਣ ਦਾ ਡਰ ਹੈ, ਸਰੀਰ ਦੇ ਮੁੱਕ ਜਾਣ ਦਾ ਡਰ ਹੈ, ਮਰ ਨਾ ਜਾਈਏ ਇਸ ਗੱਲ ਦਾ ਡਰ ਹੈ, ਸਾਡਾ ਕੁਛ ਗੁਆਚ ਨਾ ਜਾਏ ਇਸ ਗੱਲ ਦਾ ਡਰ ਹੈ। ਡਰ ਹੀ ਚਿੰਤਾ ਹੈ, ਚਿੰਤਾ ਦਾ ਦੂਜਾ ਰੂਪ ਡਰ ਹੈ। ਇਹ ਹੁਣ ਇਹ ਵਿਆਪਕ ਹੈ ਸਾਰੇ ਪਾਸੇ। ਮਹਾਰਾਜ ਕਹਿੰਦੇ ਇੱਕ ਤੂੰ ਹੈ ਜਿਹੜਾ ਜਿਹਨੂੰ ਕਿਸੇ ਦਾ ਵੀ ਡਰ ਨਹੀਂ। ਤੇਰਾ ਡਰ ਸਭ ਨੂੰ ਹੈ ਪਰ ਤੈਨੂੰ ਕਿਸੇ ਦਾ ਵੀ ਡਰ ਨਹੀਂ। ਤੇ ਜਿਹੜਾ ਤੇਰੇ ਨਾਲ ਜੁੜ ਜਾਂਦਾ ਹੈ ਉਹਦੇ ਮਨ ਵਿੱਚ ਵੀ ਕੋਈ ਡਰ ਨਹੀਂ ਰਹਿ ਜਾਂਦਾ। ਇਸ ਚੀਜ਼ ਨੂੰ ਸਮਝਿਓ। ਤੂੰ ਨਿਰਭਉ ਹੈ, ਜਿਹੜਾ ਤੈਨੂੰ ਜਪ ਲਏ, ਤੇਰੇ ਨਾਲ ਜੁੜ ਜਾਏ, ਤੈਨੂੰ ਸਮਝ ਕੇ ਤੇਰਾ ਹੋ ਜਾਏ, ਤੇਰੇ ਵਿੱਚ ਲੀਨ ਹੋ ਜਾਏ, ਉਹ ਵੀ ਡਰ ਤੋਂ ਰਹਿਤ ਹੋ ਜਾਂਦਾ ਹੈ। ਸੁਖਮਨੀ ਸਾਹਿਬ ਵਿੱਚ ਰੋਜ਼ ਪੜ੍ਹਦੇ ਹੋ, ਨਿਰਭਉ ਜਪੈ ਸਗਲ ਭਉ ਮਿਟੈ। ਜਦੋਂ ਨਿਰਭਉ ਨੂੰ ਜਪਦੇ ਹੋ ਉਦੋਂ ਸਾਰੇ ਡਰ ਮਿਟ ਜਾਂਦੇ ਹਨ। ਨਿਰਭਉ ਨੂੰ ਜਪ ਕੇ, ਨਿਰਭਉ ਕੇਵਲ ਪਰਮੇਸ਼ਰ ਹੈ, ਇੱਕ ਹੈ। ਬਾਕੀ ਇਹ ਤੋਂ ਇਲਾਵਾ ਜਿਤਨਾ ਕੁਝ ਹੈ ਉਹ ਸਾਰਾ ਕੁਝ ਭੈ ਵਿੱਚ ਹੈ। ਜੇ ਅਸੀਂ ਹੁਣ ਉਹਨਾਂ ਚੀਜ਼ਾਂ ਨਾਲ, ਉਹਨਾਂ ਵਸਤੂਆਂ ਨਾਲ, ਉਹਨਾਂ ਪਦਾਰਥਾਂ ਨਾਲ ਜੁੜਾਂਗੇ, ਉਹਨਾਂ ਮਨੁੱਖਾਂ ਨਾਲ ਜੁੜਾਂਗੇ ਜਿਨ੍ਹਾਂ ਦੇ ਸਿਰ ਦੇ ਉੱਪਰ ਕਿਸੇ ਦਾ ਡਰ ਭੈ ਹੈ, ਤਾਂ ਅਸੀਂ ਕਦੇ ਵੀ ਨਿਰਭਉ ਨਹੀਂ ਹੋ ਸਕਦੇ। ਅਸੀਂ ਕਦੇ ਵੀ ਨਿਰਭਉ ਨਹੀਂ ਹੋ ਸਕਦੇ, ਫਿਰ ਰੱਬ ਨੂੰ ਮਿਲ ਹੀ ਨਹੀਂ ਸਕਦੇ। ਵਰਕਾ ਹੀ ਪਾੜ ਦਿਓ। ਭਾਵੇਂ ਕੋਈ ਦੁਨੀਆ ਦਾ ਤਾਕਤਵਰ ਇਨਸਾਨ ਹੋਵੇ, ਦੁਨੀਆ ਦਾ ਵਿਦਵਾਨ ਹੋਵੇ, ਦੁਨੀਆ ਦਾ ਪੈਸੇ ਵਾਲਾ ਅਮੀਰ ਹੋਵੇ, ਦੁਨੀਆ ਦਾ ਗਿਆਨੀ ਧਿਆਨੀ ਹੋਵੇ, ਦੁਨੀਆ 'ਚ ਰੱਬ ਕਹਾਉਂਦਾ ਹੋਵੇ, ਕਿਉਂਕਿ ਉਹਦੇ ਸਿਰ ਤੇ ਫੇਰ ਤੇਰਾ ਡਰ ਹੈ, ਉੱਪਰ ਫੇਰ ਉਹਦੇ ਡਰ ਬੈਠਾ ਨਾ। ਇਸ ਕਰਕੇ ਕੋਈ ਵੀ ਮਨੁੱਖ ਪਰਮੇਸ਼ਰ ਦੇ ਭੈ ਵਿੱਚ ਚੱਲਣ ਕਰਕੇ ਨਿਰਭਉ ਨਹੀਂ ਹੋ ਸਕਦਾ। ਨਿਰਭਉ ਇੱਕ ਤੂੰ ਹੈ, ਕੇਵਲ ਤੂੰ ਹੈ। ਹੁਣ ਤੇਰੇ ਡਰ ਵਿੱਚ ਕੌਣ ਹੈ? ਮੈਂ ਹੋਰ ਬੇਨਤੀ ਕਰਦਿਆਂ, ਮਨੁੱਖ ਇਤਨਾ ਖਤਰਨਾਕ ਹੈ ਵੀ ਇਹ ਰੱਬ ਦਾ ਭੈ ਨਹੀਂ ਮੰਨਦਾ, ਬਾਕੀ ਸਭਨਾਂ ਦਾ ਭੈ ਮੰਨ ਲੈਂਦਾ ਹੈ। ਬਹੁਤਾਤ ਰੂਪ ਵਿੱਚ ਅਸੀਂ ਬੰਦਿਆਂ ਦਾ ਭੈ ਮੰਨਦੇ ਹਾਂ, ਜਾਨਵਰਾਂ ਦਾ ਭੈ ਮੰਨਦੇ ਹਾਂ, ਚੋਰਾਂ ਤੋਂ ਵੀ ਡਰਦੇ ਹਾਂ, ਪੁਲਿਸ ਵਾਲਿਆਂ ਤੋਂ ਡਰਦੇ ਹਾਂ, ਮੰਤਰੀਆਂ ਸੰਤਰੀਆਂ ਤੋਂ ਡਰਦੇ ਹਾਂ, ਦੁਸ਼ਮਣੀਆਂ ਤੋਂ ਡਰਦੇ ਹਾਂ, ਹਥਿਆਰਾਂ ਤੋਂ ਡਰਦੇ ਹਾਂ, ਚੋਰੀਆਂ ਹੋ ਜਾਣ ਤੋਂ ਡਰਦੇ ਹਾਂ। ਡਰਦੇ ਹਾਂ ਨਾ, ਆਪਣੇ ਤੋਂ ਤਾਕਤਵਰ ਤੋਂ ਡਰਦੇ ਹਾਂ, ਪਰ ਅਸੀਂ ਰੱਬ ਤੋਂ ਕਦੀ ਨਹੀਂ ਡਰਦੇ। ਉਹਨੂੰ ਤੁਸੀਂ ਪੂਰੀ ਤਰ੍ਹਾਂ ਭੁਲਾਓ ਦਾ ਹੀ ਡਰ ਨਹੀਂ ਅਸੀਂ ਮੰਨਿਆ, ਹਾਲਾਂਕਿ ਅੰਦਰ ਖੱਤ ਤੇ ਚੱਲਦਾ ਪਰ ਮੰਨਿਆ ਕੋਈ ਨਹੀਂ। ਹੁਣ ਗੁਰੂ ਸਾਹਿਬ ਇੱਥੇ ਲਿਸਟ ਦੱਸ ਰਹੇ ਨੇ ਵੀ ਕੌਣ ਕੌਣ ਉਹਦੇ ਭੈ ਵਿੱਚ ਹੈ, ਕੌਣ ਕੌਣ ਡਰ ਰਿਹਾ ਹੈ। ਕਹਿੰਦੇ ਭੈ ਵਿੱਚ ਪਵਨ ਵਹਿ ਸਦਵਾਓ, ਸਦਵਾਓ ਸਦਾ ਜੋ ਚੱਲ ਰਹੀ ਹੈ, ਵਹਿ ਰਹੀ ਹੈ। ਪਵਨ ਹਵਾ, ਹਵਾ ਹਮੇਸ਼ਾ ਤੇਰੇ ਭੈ ਵਿੱਚ ਵਹਿ ਰਹੀ ਹੈ। ਤੇਰੇ ਹੁਕਮ, ਭੈ ਦਾ ਅਰਥ ਹੁਕਮ ਵੀ ਕਰ ਸਕਦੇ ਆ, ਤੇਰੇ ਹੁਕਮ ਵਿੱਚ ਚੱਲ ਰਹੀ ਹੈ। ਹੁਣ ਦੇਖੋ ਹਵਾ ਅਸਲ 'ਚ ਹਵਾ ਕਿੱਥੋਂ ਬਣੀ ਹੈ? ਪਰਮੇਸ਼ਰ ਨੇ ਆਪਣੇ ਆਪ ਤੋਂ ਬਾਅਦ ਜੋ ਦੂਜੀ ਵਸਤੂ ਪੈਦਾ ਕੀਤੀ ਹੈ, ਪਵਨ ਪੈਦਾ ਕੀਤੀ। ਸਾਜੇ ਤੇ ਪਵਨਾ ਪਿਆ, ਪਵਨੈ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਸੱਚ ਤੋਂ ਬਾਅਦ ਪਵਨ ਹੈ, ਪਵਨ ਤੋਂ ਬਾਅਦ ਜਲ ਹੈ, ਜਲ ਤੋਂ ਬਾਅਦ ਫਿਰ ਤਿੰਨ ਭਵਨ ਨੇ। ਇਹ ਗੁਰਬਾਣੀ ਦੀ ਫਿਲਾਸਫੀ ਹੈ। ਤੇ ਜਿਹੜੀ ਚੀਜ਼ ਤੇਰੇ ਤੋਂ ਬਾਅਦ ਬਣੀ, ਤੇਰੇ ਹੁਕਮ ਵਿੱਚ ਬਣੀ, ਉਹ ਚੱਲੇਗੀ ਵੀ ਫਿਰ ਤੇਰੇ ਹੁਕਮ ਵਿੱਚ। ਕਿਤੇ ਹਵਾ ਬਿਲਕੁਲ ਮੱਧਮ ਚੱਲਦੀ ਹੈ, ਬੜੀ ਠੰਡੀ ਹਵਾ ਚੱਲਦੀ ਹੈ, ਬਹੁਤ ਥੋੜੀ ਜਿਹੀ ਚੱਲਦੀ ਹੈ, ਕਿਤੇ ਬੜੀ ਤੇਜ਼ ਚੱਲਦੀ ਹੈ, ਕਿਤੇ ਹਵਾ ਦਾ ਵੇਗ ਤੂਫਾਨ ਦਾ ਰੂਪ ਵੀ ਧਾਰਨ ਕਰ ਲੈਂਦਾ। ਕੌਣ ਕਰ ਰਿਹਾ ਬਈ? ਉਹ ਸੁੱਚ ਕਿੱਥੇ ਲੱਗੀ ਹੋਈ ਹੈ? ਪੱਖੇ ਦੀ ਸੁੱਚ ਤੇ ਸਾਡੇ ਹੱਥ ਵਿੱਚ ਹੈ। ਪੱਖੇ ਦੀ ਹਵਾ ਨੂੰ ਘੱਟ ਵੱਧ ਕਰ ਲੋਗੇ, ਜਿਹੜੀ ਆਕਾਸ਼ 'ਚ ਵਹਿ ਰਹੀ ਹੈ ਉਹਨੂੰ ਘੱਟ ਵੱਧ ਕੌਣ ਕਰ ਸਕਦਾ ਹੈ? ਉਹ ਕਹਿੰਦੇ ਤੂੰ ਹੀ ਕਰ ਸਕਦਾ, ਤੇਰੇ ਹੁਕਮ ਵਿੱਚ ਹੈ। ਭੈ ਵਿੱਚ ਪਵਨ ਵਹਿ ਸਦਵਾਓ। ਹੁਣ ਦੂਜੀ ਗੱਲ, ਸਾਡਾ ਸਰੀਰ ਇਹ ਵੀ ਹਵਾ ਨਾਲ ਚੱਲ ਰਿਹਾ, ਸਵਾਸ ਆ ਰਹੇ ਨੇ, ਜਾ ਰਹੇ ਨੇ, ਆ ਰਹੇ ਨੇ, ਜਾ ਰਹੇ ਨੇ। ਕੀ ਹੈ? ਪਵਨ, ਹਵਾ। ਤਾਂ ਹੀ ਜਦੋਂ ਕਹਿੰਦੇ ਆ ਨਾ ਬੰਦਾ ਮਰ ਜਾਂਦਾ, ਭਾਈ ਕੀ ਹੋ ਗਿਆ? ਕਹਿੰਦੇ ਹਵਾ ਨਿਕਲ ਗਈ ਜੀ। ਸੱਚ ਬੰਦੇ 'ਚ ਹੈ ਹੀ ਹਵਾ, ਹਵਾ ਨਿਕਲ ਗਈ ਤੇ ਬੰਦਾ ਮਿੱਟੀ ਹੈ। ਤਾਂ ਹੀ ਕਹਿਣਾ ਪੈਂਦਾ ਵੀ ਇਹਦੀ ਹਵਾ ਖਰਾਬ ਹੋ ਗਈ, ਇਹਦੀ ਹਵਾ ਟੈਟ ਹੋ ਗਈ, ਇਹਦੀ ਹਵਾ ਵਿਗੜ ਗਈ। ਭੈ ਵਿੱਚ ਪਵਨ ਵਹਿ ਸਦਵਾਓ। ਪਵਨ, ਇਹ ਜਿਹੜੀ ਸਾਡੇ ਵਿੱਚ ਭੈ ਪਵਨ ਹੈ ਨਾ, ਇਹ ਵੀ ਉਹਦੇ ਭੈ ਵਿੱਚ ਚੱਲ ਰਹੀ ਹੈ। ਜੇ ਉਹਦੀ ਮਰਜ਼ੀ ਨਾ ਹੋਵੇ ਅਸੀਂ ਸਵਾਸ ਨਹੀਂ ਲੈ ਸਕਦੇ। ਸਾਨੂੰ ਲੱਗਦਾ ਵੀ ਸਾਹ ਅਸੀਂ ਲੈ ਰਹੇ ਹਾਂ, ਅਸੀਂ ਸਾਹ ਲੈ ਨਹੀਂ ਰਹੇ, ਸਾਨੂੰ ਸਾਹ ਦਵਾਏ ਜਾ ਰਹੇ ਨੇ। ਜੇ ਸਾਹ ਅਸੀਂ ਲੈਂਦੇ ਹੋਏ ਅਸੀਂ ਤਾਂ ਛੱਡੀਏ ਹੀ ਨਾ, ਕੌਣ ਸਾਹ ਛੱਡਦਾ ਫਿਰ? ਜੇ ਸਾਹ ਸਾਡੇ ਪਾਸੇ 'ਚ ਹੋਵੇ, ਕੋਈ ਮਰਨ ਵਾਸਤੇ ਤਿਆਰ ਹੋਵੇ, ਸਾਹ ਛੱਡੇਗਾ ਕੋਈ? ਜਦੋਂ ਬੰਦਾ ਪੂਰਾ ਹੁੰਦਾ ਸੀ ਕਹਿੰਦੇ ਇਹਦੇ ਸਵਾਸ ਪੂਰੇ ਹੋ ਗਏ। ਆਮ ਤੌਰ ਤੇ ਇਹੀ ਵਰਡ ਸ਼ਬਦ ਉਚਾਰੀ ਜੀ, ਇਹਦੇ ਸਵਾਸ ਪੂਰੇ ਹੋ ਗਏ।
ਦੇਹੀ ਮਾਟੀ ਬੋਲੇ ਪੌਣ। ਕਹਿੰਦੇ ਜਿਹੜੀ ਦੇਹੀ ਹੈ ਤਾਂ ਮਿੱਟੀ ਦੀ ਹੈ, ਬੋਲਦਾ ਕੌਣ ਹੈ? ਪੌਣ। ਪੌਣ ਚੱਲਦੀ ਹੈ ਤੁਸੀਂ ਬੋਲਦੇ, ਤਾਂ ਹੀ ਪਵਨ ਨੂੰ ਗੁਰੂ ਵੀ ਕਿਹਾ। ਬਹੁਤ ਸਾਰਾ ਕੁਛ ਹੈ ਸਾਡੇ ਸਰੀਰ ਵਾਲੀ ਪਵਨ, ਸਾਡੇ ਸਵਾਸ, ਤੇ ਜਿਹੜੀ ਬਾਹਰ ਪਵਨ ਵਗਦੀ ਹੈ ਕਿਸੇ ਵੀ ਰੂਪ ਚ ਵਗੇ, ਇਹ ਤੇਰੇ ਭੈ ਵਿੱਚ, ਤੇਰੇ ਹੁਕਮ ਵਿੱਚ ਹੈ। ਭੈ ਵਿੱਚ ਚੱਲੇ ਲੱਖ ਦਰਿਆਓ, ਲੱਖਾਂ ਦਰਿਆ ਤੇਰੇ ਭੈ ਵਿੱਚ ਚੱਲ ਰਹੇ ਨੇ, ਤੇਰੇ ਹੁਕਮ ਵਿੱਚ ਚੱਲ ਰਹੇ ਨੇ। ਤੇਰਾ ਹੁਕਮ ਹੁੰਦਾ ਹੈ, ਦਰਿਆ ਕਿਨਾਰੇ ਟੱਪ ਜਾਂਦੇ, ਹੜ ਆ ਜਾਂਦੇ ਨੇ। ਤੇਰੇ ਹੁਕਮ ਦੇ ਵਿੱਚ ਹੁੰਦੇ ਨੇ, ਉਹ ਦਰਿਆਵਾਂ ਦੇ ਕਿਨਾਰਿਆਂ ਦੇ ਵਿੱਚ ਬਹਿ ਕੇ ਚੱਲਦੇ ਨੇ, ਦੁਨੀਆ ਨੂੰ ਜੀਵਨ ਦਿੰਦੇ ਨੇ, ਫਸਲਾਂ ਉੱਗਦੀਆਂ ਨੇ, ਨਹਿਰਾਂ ਨਿਕਲਦੀਆਂ ਨੇ, ਕਿਨਾਰਿਆਂ ਵਿੱਚ ਹੈ। ਭੈ ਵਿੱਚ ਚੱਲੇ ਲੱਖ ਦਰਿਆਓ, ਲੱਖਾਂ ਦਰਿਆ ਤੇਰੇ ਭੈ ਵਿੱਚ ਚੱਲ ਰਹੇ ਨੇ, ਵਗ ਰਹੇ ਨੇ। ਕਿਤੇ ਕਿਤੇ ਕਿਨਾਰੇ ਨਹੀਂ ਹੁੰਦੇ, ਪਰ ਪਾਣੀ ਆਪਣੀ ਲਿਮਟ ਵਿੱਚ ਚੱਲ ਰਿਹਾ। ਕਿਤੇ ਉਹ ਹੜ ਨਹੀਂ ਲੈ ਕੇ ਆਉਂਦਾ, ਕਿਤੇ ਉਹ ਬਰਬਾਦੀ ਨਹੀਂ ਕਰਦਾ, ਆਰਾਮ ਨਾਲ ਤੁਰਿਆ ਚਲਾ ਜਾਂਦਾ। ਭਾਵ ਕੀ ਆ, ਹਵਾ ਤੇਰੇ ਹੁਕਮ ਵਿੱਚ ਹੈ, ਪਾਣੀ ਵੀ ਤੇਰੇ ਹੁਕਮ ਵਿੱਚ ਹੈ। ਤੀਜੀ ਗੱਲ, ਭੈ ਵਿੱਚ ਅਗਨ ਕੱਢੇ ਵਿਗਾਰ। ਅੱਗ, ਵਿਗਾਰ ਦਾ ਅਰਥ ਹੁੰਦਾ ਹੈ ਵਿਗਾਰ ਪੂਰਨੀ। ਬਿਨਾਂ ਪੈਸਿਆਂ ਤੋਂ ਜੋ ਕੰਮ ਹੁੰਦਾ ਨਾ, ਬਿਨਾਂ ਪੈਸੇ ਤੋਂ ਕੰਮ ਕਰਾਉਣਾ, ਉਹਨੂੰ ਵਿਗਾਰ ਕਹਿੰਦੇ ਨੇ। ਆਪਣੀ ਆਮ ਪੰਜਾਬੀ ਭਾਸ਼ਾ ਚ ਆਉਂਦਾ ਵਿਗਾਰ। ਕਿਤੇ ਕੰਮ ਕਰਨਾ ਪੈ ਜਾਏ, ਵੀ ਕੋਈ ਆਂਢੀ ਗੁਆਂਢੀ ਜਾਂ ਕਿਤੇ ਰਿਸ਼ਤੇਦਾਰ ਕਿਤੇ ਦੂਰ ਦਰਾਡੇ ਆਉਣਾ ਜਾਣਾ ਪੈ ਜਾਏ, ਅਸੀਂ ਕਹਿੰਦੇ ਵਿਗਾਰ ਪੈ ਗਈ। ਸਾਡੀ ਆਮ ਪੰਜਾਬੀ ਭਾਸ਼ਾ ਦਾ ਸ਼ਬਦ ਹੈ ਵੀ ਲੈ ਵੀ ਅੱਜ ਵਿਗਾਰ ਪੈ ਗਈ। ਭਾਵ ਕਿ ਵੀ ਲੈਣਾ ਦੇਣਾ ਕੁਛ ਨਹੀਂ, ਮਿਲਣਾ ਕੁਛ ਨਹੀਂ, ਪਰ ਕੰਮ ਕਰਨਾ ਪੈਣਾ, ਉਹਨੂੰ ਵਿਗਾਰ ਕਹਿ ਦਿੰਦੇ ਨੇ। ਗੁਰੂ ਸਾਹਿਬ ਕਹਿੰਦੇ ਜਿਹੜੀ ਅੱਗ ਹੈ ਨਾ, ਕੱਢੇ ਵਿਗਾਰ, ਬਿਨਾਂ ਪੈਸਿਆਂ ਤੋਂ ਕੰਮ ਕਰਦੀ ਫਿਰ ਰਹੀ ਹੈ। ਜਲਣਾ ਪੈਣਾ, ਸੜਨਾ ਪੈਣਾ, ਕੰਮ ਸਾਡੇ ਸਾਰ ਰਹੀ ਹੈ, ਮਿਲਣਾ ਉਹਨੂੰ ਕੁਛ ਵੀ ਨਹੀਂ। ਸੂਰਜ ਵਿੱਚੋਂ ਅੱਗ ਪ੍ਰਤੱਖ ਅਗਨੀ ਦੇ ਰੂਪ ਸਾਡੇ ਸਾਹਮਣੇ ਆ ਰਹੀ ਹੈ, ਪਰ ਕੌਣ ਕੀ ਦੇ ਰਿਹਾ ਅੱਗ ਨੂੰ? ਮਿਲ ਤੇ ਕੁਛ ਨਹੀਂ ਰਿਹਾ, ਸੜ ਰਹੀ ਹੈ। ਸਾਡੇ ਚੁੱਲ੍ਹਿਆਂ ਵਿੱਚ ਰੋਜ਼ ਅੱਗ ਬਲ ਰਹੀ ਹੈ, ਘਰਾਂ ਵਿੱਚ ਅੱਗ ਬਲ ਰਹੀ ਹੈ, ਦੀਵਿਆਂ ਦੇ ਵਿੱਚ, ਲੈਂਪਾਂ ਦੇ ਵਿੱਚ ਅੱਗ ਬਲਦੀ ਹੈ, ਮਿੱਲਾਂ ਵਿੱਚ, ਭੱਠੀਆਂ ਵਿੱਚ ਅੱਗ ਬਲ ਰਹੀ ਹੈ। ਕੀ ਮਿਲ ਰਿਹਾ? ਆਪਣਾ ਆਪ ਸਾੜ ਕੇ ਖਤਮ ਕਰਦੀ ਚਲੀ ਜਾਂਦੀ ਹੈ, ਪਰ ਪ੍ਰਾਪਤੀ ਕੁਛ ਵੀ ਨਹੀਂ। ਕਿਉਂ? ਕਿਉਂਕਿ ਉਹਨੂੰ ਹੁਕਮ ਹੋਇਆ ਹੋਇਆ। ਉਹਦੇ ਭੈ ਵਿੱਚ, ਉਹਦੇ ਹੁਕਮ ਵਿੱਚ ਅਗਨੀ ਕੱਢੇ ਵਿਗਾਰ। ਭੈ ਵਿੱਚ ਧਰਤੀ ਦੱਬੀ ਭਾਰ। ਧਰਤੀ ਬਣਾਈ ਪਰ ਧਰਤੀ ਉੱਪਰ ਦੱਬਿਆ ਗਿਆ, ਭਾਰ ਪੈ ਗਿਆ। ਭਾਰ ਕਿਹਦਾ ਪੈ ਗਿਆ? ਇਨਸਾਨਾਂ ਦਾ, ਸਰੀਰਾਂ ਦਾ, ਪਦਾਰਥਾਂ ਦਾ, ਮਾਇਆ ਦਾ, ਜੰਜਾਲਾਂ ਦਾ। ਸਭ ਤੋਂ ਵੱਡਾ ਭਾਰ ਪਿਆ ਅਕਿਰਤ ਘਣਤਾ ਦਾ। ਵੀ ਜਿਸ ਧਰਤੀ ਦੇ ਉੱਪਰ ਰਹਿ ਕੇ ਜਨਮ ਲਿਆ, ਜਿਸ ਧਰਤੀ ਦੇ ਉੱਪਰ ਜੀਵੇ, ਜੰਮੇ, ਪਲੇ, ਵੱਡੇ ਹੋਏ, ਉਸੇ ਧਰਤੀ ਲਈ ਨਾ ਸ਼ੁਕਰੇ ਹੋ ਗਏ। ਉਸੇ ਧਰਤੀ ਦੀ ਅਸੀਂ ਕਿੰਨੀ ਬੁਰੀ ਹਾਲਤ ਕੀਤੀ ਹੈ। ਸਭ ਕੁਛ ਪੋਲਿਊਟਡ ਕਰ ਦਿੱਤਾ। ਮਿੱਟੀ ਸਾਡੀ ਪੋਲਿਊਟਡ ਹੋਈ, ਹਵਾ ਸਾਡੀ ਪੋਲਿਊਟਡ ਹੈ, ਪਾਣੀ ਸਾਡਾ ਖਤਮ ਹੋ ਚੁੱਕਿਆ ਹੈ। ਇਹ ਧਰਤੀ ਤੇ ਭਾਰ ਹੀ ਹੈ ਨਾ, ਹੋਰ ਕੀ ਹੈ? ਜਿਹੜੀ ਚੀਜ਼ ਕਿਸੇ ਕੰਮ ਦੀ ਨਾ ਰਹੇ, ਜਾਂ ਜਿਸ ਵਸਤੂ ਤੋਂ ਨੁਕਸਾਨ ਉਠਾਉਣ ਲੱਗ ਗਏ, ਅਸੀਂ ਕਹਿੰਦੇ ਤੇ ਭਾਰ ਪਿਆ ਹੋਇਆ ਸਾਡੇ ਤੇ। ਧਰਤੀ ਕਹਿੰਦੇ ਪਤਾ ਨਹੀਂ ਇਸ ਤਰ੍ਹਾਂ ਦੇ ਕਿਤਨੇ ਭਾਰਾਂ ਥੱਲੇ ਦੱਬੀ ਪਈ ਹੈ, ਪਰ ਉਹਦੇ ਭੈ ਵਿੱਚ ਡਿਊਟੀ ਦੇ ਰਹੀ ਹੈ। ਕਹਿੰਦੀ ਕੋਈ ਨਹੀਂ ਰੱਬਾ ਵਾਹਿਗੁਰੂ, ਤੇਰਾ ਹੁਕਮ ਹੈ, ਮੈਂ ਡਿਊਟੀ ਕਰਾਂਗੀ, ਕੋਈ ਫਰਕ ਨਹੀਂ ਪੈਂਦਾ। ਤੇਰੇ ਭੈ ਵਿੱਚ ਤੂੰ ਡਿਊਟੀ ਲਾਈਏ ਨਿਭਾ ਰਹੇ ਆ। ਹੁਣ ਇਹਨਾਂ ਵਿੱਚੋਂ ਅੱਜ ਤੱਕ ਕਿਸੇ ਨੇ ਕੋਈ ਛੁੱਟੀ ਨਹੀਂ ਕੀਤੀ, ਕਿਸੇ ਨੇ ਕੋਈ ਰੈਸਟ ਨਹੀਂ ਕੀਤੀ, ਕਿਸੇ ਨੇ ਕੋਈ ਤਨਖਾਹ ਨਹੀਂ ਮੰਗੀ, ਚੱਲ ਰਹੇ ਨੇ। ਕਿਉਂ? ਕਹਿੰਦੇ ਭੈ ਵਿੱਚ ਹੈ, ਹੁਕਮ ਵਿੱਚ ਹੈ। ਭੈ ਵਿੱਚ ਇੰਦ ਫਿਰਿਆ ਸਿਰ ਭਾਰ। ਇੰਦਰ ਕਹਿੰਦੇ ਨੇ ਵੀ ਬੱਦਲ ਜਦੋਂ ਮੀਂਹ ਵਰਸਦਾ ਨਾ, ਕਹਿੰਦੇ ਵੀ ਇੰਦਰ ਵਰਸ ਗਿਆ। ਇੰਦਰ ਬੱਦਲਾਂ ਨੂੰ ਵੀ ਕਹਿੰਦੇ ਇੰਦਰ ਵਰਸ ਗਿਆ। ਫਿਰਿਆ ਸਿਰ ਭਾਰ, ਭਾਰ ਚੁੱਕੀ ਫਿਰਦਾ ਕਾਹਦਾ? ਬੱਦਲਾਂ ਦਾ, ਪਾਣੀ ਦਾ। ਪਾਣੀ ਨੂੰ ਬੱਦਲਾਂ ਦੇ ਰੂਪ ਚ ਚੁੱਕ ਕੇ ਅੰਦਰ ਘੁੰਮ ਰਿਹਾ ਇੱਧਰ ਉੱਧਰ। ਕਈ ਵਾਰੀ ਹੁਕਮ ਨਹੀਂ ਹੁੰਦਾ, ਬੱਦਲ ਆਉਂਦਾ ਤੇ ਲੰਘ ਜਾਂਦਾ, ਨਹੀਂ ਵਰਸ ਪਾਉਂਦਾ, ਕਿਉਂਕਿ ਹੁਕਮ ਨਹੀਂ ਹੋਇਆ। ਜਦੋਂ ਹੁਕਮ ਹੋਏਗਾ ਫਿਰ ਇਸ ਤਰ੍ਹਾਂ ਵਰਸੇਗਾ ਵੀ ਬੰਦਾ ਸੋਚਦਾ ਵੀ ਰੱਬਾ ਹੁਣ ਬੱਸ ਕਰ, ਹੁਣ ਸਾਰਾ ਵੀ ਸਾਡੇ ਤੇ ਪਾ ਦੇਣਾ। ਹੁਣ ਗੁਰਬਾਣੀ ਦੀ ਇੱਕ ਪੰਕਤੀ ਹੈ, ਕਿਉਂਕਿ ਸਾਡੇ ਹਿੰਦੁਸਤਾਨੀ ਲੋਕਾਂ ਦੀ ਮਾਨਸਿਕਤਾ ਸੀ ਵੀ ਅੰਦਰ ਇੱਕ ਦੇਵਤਾ ਹੈ ਜਿਹੜਾ ਕਿ ਮੀਂਹ ਪਾਉਂਦਾ ਹੈ। ਗੁਰਬਾਣੀ ਚ ਇੱਕ ਪੰਕਤੀ ਆਈ, ਕਹਿੰਦੇ ਇੰਦ ਵਰਸੈ ਕਰ ਦਇਆ, ਲੋਕਾਂ ਮਨ ਉਪਜੈ ਚਾਓ। ਇੰਦਰ ਵਰਸਿਆ, ਦਇਆ ਕੀਤੀ, ਉਹਨੂੰ ਤਰਸ ਆਇਆ, ਚਲੋ ਕਿਤੇ ਉਹਨੇ ਜਾ ਕੇ ਮੀਂਹ ਪਾ ਦਿੱਤਾ, ਲੋਕ ਬੜੇ ਖੁਸ਼ ਹੋਏ, ਮੀਂਹ ਪੈ ਗਿਆ। ਇੰਦ ਵਰਸੈ ਕਰ ਦਇਆ, ਲੋਕਾਂ ਮਨ ਉਪਜੈ ਚਾਓ। ਹੁਣ ਅਗਲੀ ਗੱਲ ਗੁਰਬਾਣੀ ਕਰਦੀ ਹੈ। ਗੁਰੂ ਸਾਹਿਬ ਕਹਿੰਦੇ ਜਿਸ ਕੈ ਹੁਕਮ ਇੰਦ ਵਰਸਦਾ, ਇਸ ਕੈ ਸਦ ਬਲਿਹਾਰੈ ਜਾਉ। ਕਹਿੰਦੇ ਮੈਂ ਉਹਦੇ ਤੋਂ ਬਲਿਹਾਰ ਹਾਂ ਜਿਹਦੇ ਹੁਕਮ ਵਿੱਚ ਇੰਦਰ ਵੀ ਚੱਲ ਰਿਹਾ। ਇੰਦਰ ਵੀ ਜਿਹਦਾ ਹੁਕਮ ਮੰਨਣ ਵਾਸਤੇ ਹੱਥ ਜੋੜ ਕੇ ਖੜਾ ਵੀ ਰੱਬਾ ਹੁਕਮ ਕਰ, ਮੈਂ ਵਰਸਾਂ, ਮੈਂ ਮੀਂਹ ਪਾਵਾਂ। ਇੰਦਰ ਵੀ ਕਿਸੇ ਦਾ ਗੁਲਾਮ ਹੈ, ਇੰਦਰ ਵੀ ਕਿਸੇ ਦੇ ਡਰ ਵਿੱਚ ਹੈ, ਭੈ ਵਿੱਚ ਹੈ। ਦੁਨੀਆ ਕਹਿੰਦੀ ਹੈ ਦੇਵਤਾ, ਗੁਰੂ ਸਾਹਿਬ ਕਹਿੰਦੇ ਨਹੀਂ, ਦੇਵਤਾ ਤੇ ਜਿਹੜਾ ਉਹਦੇ ਉੱਪਰ ਹੈ ਉਹ ਹੈ ਇੰਦ। ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ।
ਵਿੱਚ ਰਾਜਾ ਧਰਮਦੁਆਰ ਭੈ ਵਿੱਚ ਹੀ ਹੈ। ਉਹਦੇ ਭੈ ਤੋਂ ਬਾਹਰ ਉਹ ਵੀ ਕੁਛ ਨਹੀਂ ਕਰ ਸਕਦਾ। ਧਰਮਰਾਜ ਦੀ ਆਪਣੀ ਮਰਜ਼ੀ ਨਹੀਂ ਚੱਲਦੀ, ਉਹ ਵੀ ਕਿਸੇ ਦੇ ਭੈ ਵਿੱਚ ਕਰਮ ਕਰਦਾ ਹੈ। ਜਦੋਂ ਉਹਨੂੰ ਹੁਕਮ ਹੋ ਜਾਂਦਾ ਹੈ, ਧਰਮਰਾਜ ਕਾਗਜ਼ ਹੀ ਪਾੜ ਦਿੰਦਾ, ਕਹਿੰਦਾ ਜਾਓ ਜੀ, ਤੁਹਾਡਾ ਕੋਈ ਲੇਖਾ ਨਹੀਂ, ਤੁਸੀਂ ਤੇ ਰੱਬ ਦੇ ਸਿੱਧੇ ਬੰਦੇ ਜਾਓ ਅੰਦਰ, ਤੁਸੀਂ ਕੀ ਪਰਮਿਸ਼ਨ ਲੈਣੀ। ਪ੍ਰਧਾਨ ਮੰਤਰੀ ਜਿਹਦੇ ਘਰ ਦਾ ਹੋਵੇ, ਜਿਹਦੀ ਪ੍ਰਧਾਨ ਮੰਤਰੀ ਨਾਲ ਬਣੀ ਹੋਵੇ, ਪ੍ਰਧਾਨ ਮੰਤਰੀ ਜਿਹਦਾ ਆਦਰ ਮਾਣ ਕਰਦਾ ਹੋਵੇ, ਉਹਨੂੰ ਕਿਸੇ ਦਰਬਾਨ ਦੀ, ਕਿਸੇ ਪੀਐਨ ਦੀ, ਕਿਸੇ ਆਫੀਸਰ ਦੀ ਔਕਾਤ ਹੈਸੀਅਤ ਹੈ ਵੀ ਉਹਨੂੰ ਰੋਕ ਸਕੇ। ਕਿਸੇ ਸੀਐਮ ਦੀ ਹੈਸੀਅਤ ਨਹੀਂ, ਕਿਸੇ ਹੋਰ ਮੰਤਰੀ ਦੀ ਹੈਸੀਅਤ ਨਹੀਂ। ਉਹ ਕਹਿੰਦੇ ਪ੍ਰਧਾਨ ਮੰਤਰੀ ਦਾ ਬੰਦਾ ਹੈ, ਸਲਾਮਾਂ ਹੁੰਦੀਆਂ ਨੇ ਉਹਨੂੰ ਕਿਹਾ, ਕਹਿੰਦੇ ਜਿਹੜਾ ਤੇਰੇ ਨਾਲ ਜੁੜ ਗਿਆ ਉਹਦਾ ਤੇ ਕੋਈ ਲੇਖਾ ਹੀ ਕੋਈ ਨਹੀਂ ਰਹਿ ਜਾਂਦਾ। ਧਰਮਰਾਜ ਦੇ ਲੇਖੇ ਪੜ੍ਹਦੇ, ਪਰ ਕਿਉਂ? ਕਿਉਂਕਿ ਤੇਰੇ ਭੈ ਵਿੱਚ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਸੂਰਜ ਵੀ ਤੇਰੇ ਭੈ ਵਿੱਚ, ਚੰਦਰਮਾ ਵੀ ਭੈ ਵਿੱਚ। ਹਜ਼ਾਰਾਂ ਲੱਖਾਂ ਕਰੋੜਾਂ ਸਾਲਾਂ ਤੋਂ ਰੋਸ਼ਨੀ ਦੇ ਰਹੇ ਨੇ, ਚੱਲ ਰਹੇ ਨੇ, ਤੇਰੇ ਹੁਕਮ ਵਿੱਚ ਚੱਲ ਰਹੇ ਨੇ। ਇੱਕ ਸਾਡੇ ਮਹਾਰਾਜ ਨੇ ਕਿਹਾ ਕਿ ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰਿ ਜੀਉ ਸੋਇ। ਜਿੰਨੇ ਆਕਾਰ ਨੇ, ਜਿੰਨੇ ਪਦਾਰਥ ਨੇ, ਜਿੰਨੀਆਂ ਵਸਤੂਆਂ ਨੇ, ਜੋ ਸਾਨੂੰ ਸੰਸਾਰ ਵਿੱਚ ਦਿਸਦਾ, ਸਾਰਾ ਕੁਝ ਤੇਰੇ ਭੈ ਵਿੱਚ ਹੈ। ਇੱਕ ਤੂੰ ਹੈ ਜਿਹੜਾ ਭੈ ਤੋਂ ਰਹਿਤ ਹੈ। ਸੂਰਜ ਵੀ ਤੇਰੇ ਭੈ ਵਿੱਚ। ਸੂਰਜ ਨੂੰ ਲੋਕੀ ਕਹਿੰਦੇ ਸੂਰਜ ਦੇਵਤੇ ਨੂੰ ਨਮਸਕਾਰ ਕਰੋ, ਉਹਨੂੰ ਮੱਥਾ ਟੇਕੋ, ਮਹਾਰਾਜ ਕਹਿੰਦੇ ਭੈ ਵਿੱਚ ਹੈ। ਜਿਹੜਾ ਖੁਦ ਡਰ ਰਿਹਾ ਹੈ, ਤੁਹਾਡਾ ਡਰ ਕਿਵੇਂ ਦੂਰ ਕਰੇਗਾ। ਚੰਦਰਮਾ ਨੂੰ ਪੂਜਦੇ, ਚੰਦਰਮਾ ਭੈ ਵਿੱਚ ਹੈ। ਕੋ ਕਰੋੜੀ ਚਲਤਨੰਤ, ਡਿਊਟੀ ਦੇਖੋ ਕਿੰਨੀ ਖਤਰਨਾਕ ਲੱਗੀ ਇਹਨਾਂ ਦੀ, ਕਿੰਨੀ ਸਖਤ ਹੈ। ਕਹਿੰਦੇ ਕਰੋੜਾਂ ਕੋ ਚੱਲ ਪਏ ਨੇ, ਮਿਲੀਅਨਸ ਮਾਈਲ ਰਨਿੰਗ ਚੱਲ ਰਹੀ ਹੈ, ਚੱਲ ਰਹੀ ਹੈ, ਚੱਲ ਰਹੀ ਹੈ, ਰੁਕ ਨਹੀਂ ਰਹੇ। ਚਲਤਨੰਤ ਤੇ ਅੰਤ ਵੀ ਕੋਈ ਨਹੀਂ ਹੈ, ਇਹ ਵੀ ਨਹੀਂ ਪਤਾ ਕਿੱਥੇ ਰੁਕਣਾ, ਕਦੋਂ ਡਿਊਟੀ ਖਤਮ ਹੋਣੀ ਹੈ। ਤੇ ਭੈ ਵਿੱਚ ਹੀ ਅਗਰ ਕੀ ਹੈ, ਕਹਿੰਦੇ ਖੱਤ ਹੋ ਗਈ। ਏਡਾ ਵੱਡਾ ਭੈ ਵਿੱਚ ਆ ਡਾਣੇ ਆ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਵੱਡੇ ਵੱਡੇ ਸਿੱਧ ਜੋਗੀ, ਬੁੱਧ, ਮਹਾਤਮਾ, ਸੁਰ, ਦੇਵਤੇ, ਨਾਥ ਆਦਿਕ ਜਿੰਨੇ ਵੱਡੇ ਵੱਡੇ ਰਿੱਧੀਆਂ ਸਿੱਧੀਆਂ ਸ਼ਕਤੀਆਂ ਵਾਲੇ, ਗਿਆਨਾਂ ਵਾਲੇ, ਵੱਡੇ ਵੱਡੀਆਂ ਕਰਾਮਾਤਾਂ ਵਾਲੇ, 9 ਨਿਧੀਆਂ 18 ਸਿੱਧੀਆਂ ਵਾਲੇ, ਇਹ ਸਾਰੇ ਵੀ ਤੇਰੇ ਭੈ ਵਿੱਚ ਚੱਲ ਰਹੇ ਹਨ। ਭੈ ਤੇਰਾ ਹੀ ਮੰਨਦੇ ਹਨ। ਦੁਨੀਆ ਇਹਨਾਂ ਦਾ ਭੈ ਮੰਨਦੀ ਹੈ, ਪਰ ਹੇ ਪ੍ਰਭੂ ਇਹ ਤੇਰਾ ਭੈ ਮੰਨ ਰਹੇ ਹਨ। ਜਿਹੜਾ ਬ੍ਰਹਮ ਗਿਆਨੀ ਹੁੰਦਾ ਨਾ, ਗਿਆਨਵਾਨ, ਜਿਹਨੂੰ ਕਹਿੰਦਾ ਪੂਰਨ ਜੋਤ ਜਿਸ ਦੇ ਅੰਦਰ ਜਾਗਦੀ ਹੈ, ਉਹ ਇਹਨਾਂ ਸਭਨਾਂ ਨੂੰ ਛੱਡ ਕੇ ਤੇਰੇ ਭੈ ਵਿੱਚ ਆ ਜਾਂਦਾ। ਉਹ ਕਿਸੇ ਤੋਂ ਵੀ ਨਹੀਂ ਡਰਦਾ, ਉਹ ਕੇਵਲ ਤੇਰੇ ਡਰ ਵਿੱਚ ਆ ਜਾਂਦਾ। ਉਹ ਫਿਰ ਕਿਸੇ ਦੀ ਪਰਵਾਹ ਨਹੀਂ ਕਰਦਾ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਆਡਾਣੇ ਆ ਵੱਡੇ ਕੀਤੇ ਹੋਏ, ਅੱਡ ਕੀਤੇ ਹੋਏ ਆਕਾਸ਼। ਜਿਤਨਾ ਇੱਕ ਅਸੀਂ ਇੱਕ ਆਕਾਸ਼ ਦੇਖਦੇ ਆ ਨਾ, ਉਹ ਕਹਿੰਦੇ ਏਡੇ ਵੱਡੇ ਪਤਾ ਹੀ ਨਹੀਂ ਕਿਤਨੇ ਆਕਾਸ਼ ਨੇ, ਸਾਰੇ ਤੇਰੇ ਭੈ ਵਿੱਚ ਨੇ। ਜਿੰਨੇ ਵੀ ਆਕਾਸ਼ ਨੇ ਭੈ ਵਿੱਚ ਜੋਧ ਮਹਾਬਲ ਸੂਰ, ਵੱਡੇ ਵੱਡੇ ਯੋਧੇ, ਮਹਾਬਲੀ, ਸੂਰਮੇ, ਪਾਵਰਫੁਲ, ਤਾਕਤਵਰ ਮਨੁੱਖ, ਦੁਨੀਆ ਦੇ ਵੱਡੇ ਵੱਡੇ ਚੱਕਰਵਰਤੀ, ਰਾਜੇ ਮਹਾਰਾਜੇ, ਇਹ ਸਾਰੇ ਵੀ ਤੇਰੇ ਭੈ ਵਿੱਚ ਚੱਲਦੇ ਹਨ। ਦਸ਼ਮੇਸ਼ ਪਿਤਾ ਦਾ ਇੱਕ ਸ਼ਬਦ ਹੈ, ਦਿੱਲੀ ਕੇ ਬੰਗ ਕੇ ਬੰਗਾਲੀ, ਫਿਰੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ, ਤੇਰੀ ਆਗਿਆ ਵਿੱਚ ਚਲਤ ਹੈ। ਕਹਿੰਦੇ ਆ ਰਾਜੇ ਲੋਕਾਂ ਸਾਹਮਣੇ ਰਾਜੇ ਨੇ, ਪਰ ਹੁਕਮ ਤੇਰਾ ਹੀ ਮੰਨ ਰਹੇ ਨੇ, ਡਰ ਤੇਰਾ ਹੀ ਹੈ, ਕਿਉਂਕਿ ਤੂੰ ਹੀ ਇਹਨਾਂ ਨੂੰ ਰਾਜ ਭਾਗ ਦਿੰਦਾ ਤੇ ਤੂੰ ਹੀ ਇਹਨਾਂ ਨੂੰ ਚਲਾਉਣਾ। ਚਲਾਉਣ ਵਾਲਾ ਤੂੰ ਹੈ, ਜਦੋਂ ਮਰਜ਼ੀ ਤਾਰ ਵੀ ਸਕਦਾ। ਨੀਚਾ ਉੱਚ ਕਰਿਆ ਮੇਰਾ ਗੋਬਿੰਦ ਕਾਹੂ ਤੇ ਨਜ਼ਰ ਉਪੱਟੀ, ਜੇ ਕਰੇ ਸੁਲਤਾਨਾ ਘਾ ਕਰਾਏਂਦਾ। ਇਹ ਵੀ ਤੇਰੇ ਹੁਕਮ ਵਿੱਚ ਨੇ, ਤੇਰੇ ਭੈ ਵਿੱਚ ਨੇ। ਭੈ ਵਿੱਚ ਆਵੇ ਜਾਵੇ ਪੂਰ, ਪੂਰ ਦਾ ਅਰਥ ਹੁੰਦਾ ਆ ਜਿਤਨੀ ਮਨੁੱਖਤਾ ਹੈ ਨਾ, ਪੂਰਾਂ ਦੇ ਪੂਰ, ਭੀੜਾਂ ਦੀਆਂ ਭੀੜਾਂ, ਵੱਡੇ ਵੱਡੇ ਲੱਖਾਂ ਦੀ ਗਿਣਤੀ ਚ ਦੁਨੀਆ ਆਈ, ਲੱਖਾਂ ਕਰੋੜਾਂ ਦੀ ਗਿਣਤੀ ਚ ਜੀਵ ਆਉਂਦੇ ਨੇ, ਆਏ ਚਲੇ ਗਏ, ਆਏ ਚਲੇ ਗਏ ਤੇਰੇ ਭੈ ਵਿੱਚ, ਤੇਰੇ ਹੁਕਮ ਵਿੱਚ। ਕਿੰਨਿਆਂ ਨੂੰ ਤੂੰ ਜਨਮ ਦਿੰਦਾ, ਕਿੰਨਿਆਂ ਨੂੰ ਕਦੋਂ ਮਾਰ ਦਿੰਦਾ, ਇੱਕ ਖਿਣ ਦੇ ਵਿੱਚ ਕੀ ਕੁਛ ਕਰ ਦਿੰਦਾ ਕੋਈ ਨਹੀਂ ਜਾਣ ਸਕਦਾ। ਤੇਰੇ ਭੈ ਵਿੱਚ, ਤੇਰੇ ਹੁਕਮ ਵਿੱਚ ਹੋ ਰਿਹਾ। ਆਵੇਂ ਜਾਵੇਂ ਪੂਰ, ਪੂਰਾਂ ਦੇ ਪੂਰ। ਇਹ ਨਹੀਂ ਵੀ ਇੱਕ ਗਿਆ ਦੋ ਗਏ, ਕਹਿੰਦੇ ਲੱਖਾਂ ਆਏ, ਕਰੋੜ ਆਏ ਤੇ ਕਰੋੜਾਂ ਚਲੇ ਵੀ ਗਏ। ਸੰਸਾਰ ਵਿੱਚ ਜਾਂ ਬ੍ਰਹਿਮੰਡ ਵਿੱਚ ਜਨਮ ਤੇ ਮਰਨ ਦੀ ਘਟਨਾ, ਸਰੀਰ ਦੇ ਉਪਜਣ ਦੀ ਤੇ ਵਿਣਸਣ ਦੀ ਘਟਨਾ ਇੱਕ ਨੇ, ਸਾਡੀ ਗਿਣਤੀ ਤੋਂ ਪਰੇ ਅਨਲਿਮਿਟਿਡ ਰੂਪ ਵਿੱਚ ਕਰੋੜਾਂ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਜੀਵ ਉਪਜ ਰਹੇ ਨੇ, ਜੀਵ ਵਿਸ ਰਹੇ ਨੇ। ਜਨਮ ਤੇ ਮੌਤ ਹਰ ਥਾਂ ਤੇ, ਹਰ ਸਮੇਂ, ਹਰ ਵੇਲੇ ਹੋ ਰਹੀ ਹੈ। ਇਹਨੂੰ ਕੋਈ, ਇਹਦਾ ਕੋਈ ਲੇਖਾ ਜੋਖਾ ਨਹੀਂ ਹੈ। ਭਾਈ ਮਹਾਰਾਜ ਨੇ ਕਿਹਾ ਸੀ ਆਵਨ ਜਾਨੀ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ। ਉਹ ਤੇ ਕਹਿੰਦੇ ਕਰਤੇ ਨੇ ਤੇ ਆਪਣੀ ਇੱਕ ਖੇਡ ਬਣਾਈ ਹੋਈ ਹੈ। ਆਉਣਾ ਜਾਣਾ, ਜੰਮਣਾ ਮਰਨਾ ਇੱਕ ਖੇਡ ਹੈ। ਨਾ ਕਿਛ ਜਨਮੈ ਨਾ ਕਿਛ ਮਰੈ, ਆਪਨ ਚਲਿਤ ਆਪ ਹੀ ਕਰੇ। ਕਹਿੰਦੇ ਜਦੋਂ ਸੁਰਤ ਅੰਦਰ ਚਲੀ ਗਈ, ਕਰਤੇ ਨਾਲ ਜੁੜ ਗਈ, ਉਹ ਜਨਮ ਮਰਨ ਵੀ ਕੁਛ ਨਹੀਂ ਰਹਿ ਗਿਆ।
ਕਹਿੰਦੇ ਇਹ ਤਾਂ ਚਲਿੱਤ ਨੇ, ਖੇਡਾਂ ਨੇ, ਉਹਦੀਆਂ ਕੌਤਕ ਨੇ। ਜੰਮੇਦਾਰ ਥਿਆ ਉਪਜਾਤਾ, ਬਣਾਤਾ, ਬਣ ਕੇ ਮਿੱਟੀ ਦਾ ਘਰ ਛਿਟਾਤਾ। ਬੱਚੇ ਸਮੁੰਦਰ ਦੇ ਕੰਢੇ ਜਾਂਦੇ ਨੇ, ਰੇਤੇ ਦਾ ਘਰ ਬਣਾਉਂਦੇ ਨੇ, ਕੁਝ ਪਲ ਖੇਡਦੇ ਨੇ, ਖੇਡ ਕੇ ਮਿਟਾ ਕੇ ਢਾ ਕੇ ਫਿਰ ਘਰ ਆ ਜਾਂਦੇ ਨੇ। ਨਾ ਕੋਈ ਖੁਸ਼ੀ ਨਾ ਕੋਈ ਗਮੀ। ਆਵੇਂ ਜਾਵੇਂ ਪੂਰ, ਪੂਰਾਂ ਦੇ ਪੂਰ ਚਲੇ ਗਏ। ਹੁਣ ਅੱਗੇ ਅੱਗੇ ਦੱਸਦੇ ਨੇ, ਸਗਲਿਆਂ ਭਉ ਲਿਖਿਆ ਸਿਰ ਲੇਖ। ਸਾਰਿਆਂ ਦੇ ਸਿਰ ਤੇ ਇੱਕ ਲੇਖ ਸਾਂਝਾ ਲਿਖ ਦਿੱਤਾ, ਸਾਰੇ ਤੇਰੇ ਭੈ ਤੇਰੇ ਡਰ ਵਿੱਚ ਹਨ। ਤੇਰਾ ਡਰ, ਤੇਰਾ ਹੁਕਮ ਸਭ ਨੂੰ ਮੰਨਣਾ ਹੀ ਪੈਂਦਾ ਹੈ। ਕੋਈ ਔਖਾ ਹੋ ਕੇ ਮੰਨ ਲੈ, ਸੌਖਾ ਹੋ ਕੇ ਮੰਨ ਲੈ, ਰੋ ਕੇ ਮੰਨ ਲੈ, ਹੱਸ ਕੇ ਮੰਨ ਲੈ, ਸਾਰਿਆਂ ਦੇ ਸਿਰ ਤੇ ਤੇਰਾ ਡਰ ਲਿਖਿਆ ਹੈ, ਤੇਰਾ ਭਉ ਲਿਖਿਆ ਹੈ, ਤੇਰਾ ਹੁਕਮ ਲਿਖਿਆ ਹੈ। ਪਰ ਇੱਕ ਤੂੰ ਹੈ ਨਾਨਕ, ਨਿਰਭਉ ਨਿਰੰਕਾਰ ਸੱਚ ਏਕ। ਜਿਹੜਾ ਇੱਕ ਸੱਚ ਹੈ ਨਾ, ਇੱਕ ਸੱਚ, ਉਹ ਕੇਵਲ ਨਿਰਭਉ ਨਿਰੰਕਾਰ ਹੈ। ਉਹ ਤੂੰ ਹੈ, ਤੂੰ ਸਾਰੇ ਭਉ ਤੇ ਡਰਾਂ ਤੋਂ ਮੁਕਤ ਹੈ। ਤੂੰ ਨਿਰਭਉ ਹੈ, ਨਿਰੰਕਾਰ ਹੈ, ਸੱਚ ਹੈ ਤੇ ਇੱਕ ਹੈ। ਭਾਵ ਗਿਆ ਤੇਰੇ ਵਰਗਾ ਇੱਕ, ਤੇਰੇ ਵਰਗਾ ਸੱਚ, ਤੇਰੇ ਵਰਗਾ ਨਿਰਭਉ ਨਿਰੰਕਾਰ ਦੂਜਾ ਨਹੀਂ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਕ ਤੂੰ ਹੈ ਜੋ ਨਿਰੰਕਾਰ ਹੈ। ਅਸੀਂ ਮੇਰੇ ਵਰਗਿਆਂ ਨੇ ਗੁਰੂ ਨਾਨਕ ਦੀ ਫੋਟੋ ਮੂਹਰੇ ਲਿਖ ਕੇ ਲਾਦਾ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਨਾਨਕ ਕੀ ਕਹਿ ਰਹੇ ਨੇ? ਤੂੰ ਸਦਾ ਸਲਾਮਤ ਨਿਰੰਕਾਰ। ਅਸੀਂ ਤਾਂ ਨਾਨਕ ਨੂੰ ਉਹਦਾ ਸ਼ਰੀਕ ਬਣਾਉਣ ਲੱਗਿਆ, ਲੜਾਈ ਕਰਾਉਣ ਲੱਗਿਆ ਹੋਇਆ। ਅੱਖਾਂ ਮੀਚ ਕੇ ਮੇਰੇ ਵਰਗੇ ਪੂਜੀ ਜਾਂਦੇ ਨੇ। ਸਮਝੋ ਪਿਆਰਿਓ, ਇਹਨਾਂ ਚੀਜ਼ਾਂ ਨੂੰ ਬਰੀਕੀ ਨਾਲ ਸਮਝਣਾ ਪਏਗਾ। ਅਸੀਂ ਕੇਵਲ ਹਲੇ ਗੁਰਬਾਣੀ ਨੂੰ ਪੜ੍ਹਿਆ, ਕੇਵਲ ਪੜ੍ਹਿਆ, ਬਸ ਰੀਡ ਕੀਤਾ, ਸਟੱਡੀ ਨਹੀਂ ਕੀਤਾ। ਰੀਡ ਤੇ ਸਟੱਡੀ ਵਿੱਚ ਫਰਕ ਹੁੰਦਾ ਹੈ। ਤੁਸੀਂ ਸਾਰੇ ਮੇਰੇ ਨਾਲੋਂ ਵੱਧ ਪੜ੍ਹੇ ਲਿਖੇ ਹੋ, ਇਸ ਗੱਲ ਨੂੰ ਸਮਝ ਸਕਦੇ ਹੋ। ਅਸੀਂ ਰੀਡ ਕਰ ਰਹੇ ਹਾਂ ਗੁਰਬਾਣੀ ਨੂੰ, ਸਟੱਡੀ ਨਹੀਂ ਕਰ ਰਹੇ। ਸਟੱਡੀ ਕਰੇ ਤੇ ਪਤਾ ਲੱਗੇਗਾ ਵੀ ਗੱਲ ਕੀ ਕਹੀ ਗਈ ਹੈ ਤੇ ਅਸੀਂ ਕੀ ਬਣਾ ਲਈ ਹੈ। ਨਾਨਕ ਕਹਿ ਰਹੇ ਨੇ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਜਿਹੜਾ ਇੱਕ ਸੱਚ ਹੈ, ਜਿਹੜਾ ਆਦ ਸੱਚ, ਜੁਗਾਦ ਸੱਚ ਹੈ, ਵੀ ਸੱਚ ਨੌਰਾ ਨਾਨਕ ਹੋਸੀ ਪੀ ਸੱਚ, ਉਹ ਨਿਰੰਕਾਰ ਹੁੰਦਾ ਹੈ। ਉਹੀ ਨਿਰਭਉ ਹੈ, ਉਹਦਾ ਕੋਈ ਆਕਾਰ ਨਹੀਂ ਹੁੰਦਾ, ਉਹਨੂੰ ਕੋਈ ਡਰ ਨਹੀਂ ਹੁੰਦਾ। ਸਾਰੇ ਉਹਦੇ ਡਰ ਵਿੱਚ ਹੁੰਦੇ ਨੇ। ਇੱਕ ਥਾਂ ਤੇ ਗੁਰੂ ਸਾਹਿਬ ਨੇ ਇੰਨਾ ਜ਼ਰੂਰ ਕਿਹਾ ਵੀ ਜੇ ਅਸੀਂ ਵੀ ਨਿਰਭਉ ਹੋਣਾ ਤੇ ਕੀ ਕਰੀਏ। ਰਹਿਰਾਸ ਸਾਹਿਬ ਰੋਜ਼ ਪੜ੍ਹਦੇ ਹੋ, ਸੇ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਉਹ ਨਿਰਭਉ ਹੋ ਜਾਂਦੇ ਨੇ ਜਿਨ੍ਹਾਂ ਨੇ ਹਰੀ ਨਿਰਭਉ ਨੂੰ ਧਿਆਇਆ। ਉਹਨਾਂ ਦਾ ਹਰ ਤਰ੍ਹਾਂ ਦਾ ਡਰ ਭਉ ਖਤਮ ਹੋ ਜਾਂਦਾ ਹੈ। ਸੋ ਇਸ ਕਰਕੇ ਅਸੀਂ ਹਰੀ ਨਿਰਭਉ ਨਾਲ ਜੁੜਨਾ ਹੈ। ਅਸੀਂ ਕਿਸੇ ਮਨੁੱਖ ਨੂੰ, ਕਿਸੇ ਵਸਤੂ ਨੂੰ, ਕਿਸੇ ਪਦਾਰਥ ਨੂੰ, ਕਿਸੇ ਦੁਨਿਆਵੀ ਤਾਕਤ ਸ਼ਕਤੀ ਨੂੰ, ਰੱਬ ਦੀ ਬਣਾਈ ਹੋਈ ਕਿਸੇ ਕ੍ਰਿਤ ਨੂੰ ਨਹੀਂ ਮੰਨਣਾ, ਬਲਕਿ ਕਰਤੇ ਨੂੰ ਮੰਨਣਾ ਹੈ। ਅਸੀਂ ਕਰਤੇ ਨਾਲ ਜੁੜਨਾ। ਗੁਰਬਾਣੀ ਸਾਨੂੰ ਕਰਤੇ ਨਾਲ ਜੋੜ ਰਹੀ ਹੈ। ਮਨ ਮੇਰੇ ਕਰਤੇ ਨੂੰ ਸਲਾ। ਅਸੀਂ ਕਰਤਾ ਛੱਡ ਦਿੱਤਾ, ਕ੍ਰਿਤ ਫੜ ਲਈ। ਆ ਹੁਣ ਜਿਤਨੀ ਲਿਸਟ ਆਈ ਹੈ ਨਾ, ਜਿਹੜੇ ਭੈ ਵਿੱਚ ਨੇ ਸਾਰੇ ਕ੍ਰਿਤ ਨੇ। ਪਵਨ ਉਹਦੀ ਕ੍ਰਿਤ ਹੈ, ਦਰਿਆ ਉਹਦੀ ਕ੍ਰਿਤ ਹੈ, ਅਗਨੀ ਉਹਦੀ ਕ੍ਰਿਤ ਹੈ, ਧਰਤੀ ਉਹਦੀ ਕ੍ਰਿਤ ਹੈ, ਇੰਦ ਉਹਦੀ ਕ੍ਰਿਤ ਹੈ, ਧਰਮਰਾਜ ਉਹਦੀ ਕ੍ਰਿਤ ਹੈ, ਸੂਰਜ ਚੰਦ ਉਹਦੀ ਕ੍ਰਿਤ ਨੇ, ਸਿੱਧ ਬੁੱਧ ਨਾਥ ਉਹਦੀ ਕ੍ਰਿਤ ਨੇ, ਵੱਡੇ ਵੱਡੇ ਦੇਵੀ ਦੇਵਤੇ ਉਹਦੀ ਕ੍ਰਿਤ ਨੇ, ਅਡਾਣੇ ਆਕਾਸ਼ ਉਹਦੀ ਕ੍ਰਿਤ ਹਨ, ਵੱਡੇ ਵੱਡੇ ਯੋਧੇ ਮਹਾਬਲ ਸੂਰ ਸਭ ਉਹਦੀ ਕ੍ਰਿਤ ਨੇ। ਤੇ ਅਸੀਂ ਕ੍ਰਿਤ ਨੂੰ ਮੰਨ ਰਹੇ ਹਾਂ। ਇਹਨਾਂ ਦੀ ਪੂਜਾ ਹੋ ਰਹੀ ਹੈ, ਇਹਨਾਂ ਦੇ ਗੁਣ ਗਾਇਨ ਹੋ ਰਹੇ ਨੇ। ਤੇ ਕਰਤੇ ਨੂੰ ਕੋਈ ਕੋਡੀ ਬਦਲੇ ਨਾ ਸਿਆਣੇ। ਕਿਉਂ ਕਰਤਾ ਕਿਹੜਾ ਦੇਖਦਾ ਹੈ? ਕਹਿੰਦੇ ਤਾਂ ਦਿਸਦੇ ਨੇ ਨਾ, ਉਹ ਕਿਹੜਾ ਦੇਖਦਾ। ਇਹੀ ਸਭ ਤੋਂ ਵੱਡਾ ਭਰਮ ਹੈ। ਇਹ ਭਰਮ ਹੀ ਮਹਾਰਾਜ ਨੇ ਦੂਰ ਕੀਤਾ। ਕਹਿੰਦੇ ਜਿਹੜੇ ਦਿਸਦੇ ਨੇ, ਜੋ ਦਿਸੈ ਸੋ ਗੱਛ ਹੈ, ਉਹ ਖਤਮ ਹੋ ਜਾਏਗਾ, ਵਿਨਸ ਜਾਏਗਾ। ਦਿਸਣ ਵਾਲੀ ਚੀਜ਼ ਅੱਜ ਹੈ, ਕੱਲ ਨਹੀਂ ਦਿਸੇਗੀ। ਫਿਰ ਕੀ ਕਰੋਗੇ? ਫਿਰ ਹੋਰ ਲੱਭੋਗੇ। ਲੱਭਦੇ ਹੀ ਆਪਾਂ। ਇਸ ਕਰਕੇ ਮਹਾਰਾਜ ਨੇ ਸਾਡੀ ਸੁਰਤ ਨੂੰ ਕਰਤੇ ਨਾਲ ਜੋੜਿਆ ਤੇ ਉਹਦੇ ਗੁਣ ਦੱਸੇ ਨੇ। ਨਿਰਭਉ ਨਿਰੰਕਾਰ ਕੀ ਹੈ? ਉਹਦਾ ਗੁਣ ਹੈ। ਉਹਦਾ ਕੋਈ ਸਾਡੇ ਵਾਂਗੂ ਆਕਾਰ ਨਹੀਂ ਹੈ। ਕਿਉਂਕਿ ਜੇ ਆਕਾਰ ਹੋਏਗਾ ਫਿਰ ਉਹਦਾ ਕੋਈ ਡਿਜ਼ਾਈਨ ਹੋਏਗਾ, ਉਹਦਾ ਕੋਈ ਕਲਰ ਮੰਨਣਾ ਪਏਗਾ। ਫਿਰ ਉਸ ਡਿਜ਼ਾਈਨ ਨੂੰ ਬਣਾਉਣ ਵਾਲਾ ਵੀ ਕੋਈ ਹੋਏਗਾ। ਦੁਨੀਆ ਵਿੱਚ ਜਦੋਂ ਕੋਈ ਵਸਤੂ ਬਣਦੀ ਹੈ ਨਾ, ਨਾਲ ਉਹਦੇ ਲਿਖਿਆ ਹੁੰਦਾ ਹੈ ਮੇਡ ਇਨ ਜਾਂ ਮੇਕ ਇਨ। ਇਹ ਕਿੱਥੇ ਬਣੀ ਹੈ ਤੇ ਕਿਹਨੇ ਬਣਾਈ ਹੈ। ਮੈਨੂਫੈਕਚਰਡ ਲਿਖਿਆ ਹੁੰਦਾ, ਕੰਪਨੀ ਕਿਹੜੀ ਵਿੱਚੋਂ ਬਣੀ। ਕਿਉਂਕਿ ਉਹਦਾ ਕੋਈ ਡਿਜ਼ਾਈਨ, ਆਕਾਰ, ਕਲਰ, ਰੂਪ, ਰੰਗ, ਚੇਨ ਬਹੁਤ ਕੁਛ ਆ ਗਿਆ।
ਪਰ ਜਿਸਦਾ ਹੈ ਹੀ ਕੁਛ ਨਹੀਂ, ਜਿਹੜਾ ਚੱਕਰ ਚੈਨਰ ਬਰਨ ਜਾਤਰ ਪਾਤ ਲੈਣ ਜੇ ਸਮਾਂ ਸੈਟ ਹੁੰਦੇ ਨੇ ਪੂਰੇ ਸ਼ਬਦ ਵਿੱਚ ਨਾ। ਸਾਰੀ ਸੰਗਤ ਨੂੰ ਬੇਨਤੀ ਇਹਨੂੰ ਨੋਟ ਕਰਿਓ ਗੱਲ ਨੂੰ। ਪੂਰੇ ਸ਼ਬਦ ਵਿੱਚ ਕੋਈ ਇੱਕ ਗੱਲ ਹੁੰਦੀ ਹੈ, ਪੁਆਇੰਟ ਹੁੰਦਾ ਜਿਹੜਾ ਅਸੀਂ ਨੋਟ ਕਰਨਾ ਹੁੰਦਾ। ਉਹ ਪੁਆਇੰਟ ਦੇ ਆਲੇ ਦੁਆਲੇ, ਉਹ ਨੁਕਤੇ ਦੇ ਆਲੇ ਦੁਆਲੇ ਸਾਰਾ ਸ਼ਬਦ ਘੁੰਮਦਾ। ਇਹਦੇ ਵਿੱਚ ਗੱਲ ਘੁੰਮ ਰਹੀ ਹੈ ਨਿਰਭਉ ਦੀ, ਭੈ ਤੇ ਨਿਰਭੈ ਦੀ, ਡਰ ਤੇ ਨਿਡਰ। ਜਿਤਨਾ ਚਿਰ ਆਪਾਂ ਦੇਖੋ ਸਰੀਰ ਵਿੱਚ ਰਹਾਂਗੇ, ਜਾਂ ਇਹਨੂੰ ਮੈਂ ਹੋਰ ਸੌਖਾ ਕਰ ਦਿੰਦਾ, ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ, ਜਿਤਨਾ ਚਿਰ ਅਸੀਂ ਸਰੀਰ ਨਾਲ ਜੁੜ ਕੇ ਰਹਾਂਗੇ ਉਤਨਾ ਚਿਰ ਡਰ ਵਿਆਪਕ ਰਹੇਗਾ। ਜੇ ਹੋਰ ਡਰ ਮੁੱਕ ਵੀ ਜਾਣਗੇ ਨਾ, ਮੌਤ ਦਾ ਡਰ ਵਿਆਪਕ ਰਹੇਗਾ। ਜੇ ਆਮ ਹੁਣ ਦੇਖੋ, ਮੈਂ ਫਿਰ ਬੇਨਤੀ ਕਰ ਰਿਹਾ, ਆਮ ਤੌਰ ਤੇ ਮਨੁੱਖ ਨੂੰ 5-7 ਡਰ ਹੁੰਦੇ ਨੇ। ਉਹ ਤੋਂ ਬਾਅਦ ਫਿਰ ਇਹਦੀ ਬੜੀ ਲੰਮੀ ਚੇਨ ਚੱਲ ਪੈਂਦੀ ਹੈ। ਵੀ ਇੱਕ ਤੇ ਹੁੰਦਾ ਵੀ ਮੈਨੂੰ ਮੇਰਾ ਕੰਮ ਨਾ ਬੰਦ ਹੋ ਜਾਏ, ਮੈਨੂੰ ਘਾਟਾ ਨਾ ਪੈ ਜਾਏ, ਮੇਰਾ ਪੈਸਾ ਨਾ ਮੁੱਕ ਜਾਏ, ਜਾਂ ਮੇਰੇ ਸਰੀਰ ਨੂੰ ਕੁਛ ਨਾ ਹੋ ਜਾਏ, ਜਾਂ ਮੇਰੇ ਬੱਚਿਆਂ ਨੂੰ ਕੁਛ ਨਾ ਹੋ ਜਾਏ, ਜਾਂ ਇਹਨਾਂ ਦਾ ਕੀ ਬਣੇਗਾ ਜੀ, ਬੱਚਿਆਂ ਦੀ ਰੋਜੀ ਰੋਟੀ ਕਿਵੇਂ ਬਣੇਗੀ, ਜਾਂ ਫਿਰ ਮੈਨੂੰ ਮੌਤ ਨਾ ਆ ਜਾਏ ਛੇਤੀ, ਮੇਰਾ ਟਾਈਮ ਨਾ ਪੂਰਾ ਹੋ ਜਾਏ, ਹਨਾ, ਜਾਂ ਸਾਨੂੰ ਐ ਨਾ ਹੋ ਜਾਏ। ਆਹ ਕੁਛ ਡਰ ਨੇ ਜਿਨ੍ਹਾਂ ਦੇ ਆਲੇ ਦੁਆਲੇ ਸਾਡੀ ਜ਼ਿੰਦਗੀ ਚੱਲਦੀ। ਹੁਣ ਉਹ ਕਿਉਂ ਹੈ? ਕਿਉਂਕਿ ਅਸੀਂ ਸਰੀਰ ਵਿੱਚ ਆ ਤੇ ਸਰੀਰ ਨੂੰ ਮੁੱਖ ਰੱਖ ਕੇ ਚੱਲ ਰਹੇ ਹਾਂ। ਗੁਰਬਾਣੀ ਨੇ ਕੀ ਕੀਤਾ? ਗੁਰੂ ਸਾਹਿਬ ਨੇ ਸਾਡੇ ਮਨ ਵਿੱਚੋਂ ਡਰ ਕੱਢਿਆ, ਤੇ ਡਰ ਦਾ ਕਾਰਨ ਹੁੰਦਾ ਮੋਹ। ਇਹਦੇ ਪਿੱਛੇ ਬੈਠ ਕੇ ਕੀ ਖੜਾ? ਮੋਹ। ਜਿਤਨਾ ਚਿਰ ਮੋਹ ਦੀ ਪਕੜ ਰਹੇਗੀ ਉਤਨਾ ਚਿਰ ਡਰ ਰਹੇਗਾ। ਜਿਹੜੀ ਚੀਜ਼ ਨਾਲ ਮੈਨੂੰ ਮੋਹ ਆ ਨਾ, ਉਹਦੇ ਬਿਨਸ ਜਾਣ ਦਾ, ਖੋ ਜਾਣ ਦਾ, ਖੁੱਸ ਜਾਣ ਦਾ ਡਰ ਰਹੇਗਾ। ਜਿਸ ਵਸਤੂ ਨਾਲ ਮੇਰਾ ਮੋਹ ਨਹੀਂ, ਉਹਦੇ ਨਾਲ ਮੈਨੂੰ ਕੋਈ ਲੈਣਾ ਦੇਣਾ ਨਹੀਂ। ਆ ਮੋਬਾਈਲ ਮੇਰੇ ਹੱਥ 'ਚ, ਮੈਨੂੰ ਡਰ ਰਹੇਗਾ ਚੋਰੀ ਨਾ ਹੋ ਜਾਏ, ਖਰਾਬ ਨਾ ਹੋ ਜਾਏ, ਇਹਨੂੰ ਕੁਛ ਹੋ ਨਾ ਜਾਏ, ਕੋਈ ਲੈ ਨਾ ਜਾਏ। ਬਟ ਜੇ ਮੇਰਾ ਹੈ ਹੀ ਨਹੀਂ, ਜਿਹੜਾ ਮੋਬਾਈਲ ਤੁਹਾਡੇ ਹੱਥ ਵਿੱਚ ਹੈ, ਤੁਹਾਡੇ ਘਰ ਵਿੱਚ ਜਿਹੜੀ ਵਸਤੂ ਪਈ ਹੈ, ਮੈਨੂੰ ਕੀ ਲੈਣਾ ਦੇਣਾ? ਮੈਨੂੰ ਤੇ ਇਹਦੇ ਨਾਲ ਲੈਣਾ ਦੇਣਾ ਜਿਹਨੂੰ ਮੈਂ ਆਪਣਾ ਮੰਨਿਆ, ਜਿਹਤੋਂ ਮੈਂ ਜਾਂ ਮੇਰਾ ਕਹਿ ਰਿਹਾ ਹਾਂ। ਜਦੋਂ ਮੈਂ ਇਹਨੂੰ ਵੀ ਛੱਡਦਾ ਵੀ ਕੋਈ ਗੱਲ ਨਹੀਂ, ਹੋ ਗਿਆ ਨਾ ਹੋ ਗਿਆ ਨਾ, ਆਪ ਛੱਡੋ ਯਾਰ, ਚੱਕੋ, ਮੈਨੂੰ ਇਹਦੀ ਲੋੜ ਨਹੀਂ। ਹੁਣ ਇਹਨੂੰ ਕੋਈ ਤੋੜ ਤੇ ਚੁੱਕ ਕੇ ਲੈ ਜਾਏ, ਚੋਰੀ ਹੋ ਜਾਏ, ਮੈਨੂੰ ਕੋਈ ਲੈਣਾ ਦੇਣਾ, ਮੈਨੂੰ ਕੋਈ ਫਰਕ ਹੀ ਨਹੀਂ ਪਿਆ। ਇਹਨੂੰ ਮੈਂ ਸਮਝਣ ਵਾਸਤੇ ਬੇਨਤੀ ਕਰ ਰਿਹਾ। ਵਸਤੂਆਂ ਤੋਂ ਅਸੀਂ, ਪਦਾਰਥਾਂ ਤੋਂ ਚਲੋ ਅਸੀਂ ਕਰਨ ਲੈਣਾ ਹੈ। ਇਹ ਵਸਤੂਆਂ ਨੇ, ਪਦਾਰਥਾਂ ਨੇ, ਜਿਤਨਾ ਚਿਰ ਆਪਾਂ ਸਰੀਰ ਵਿੱਚ ਆ, ਸੰਸਾਰ ਵਿੱਚ ਆ, ਮਾਇਆ ਮੈਟਰ, ਜਿਹੜੀ ਬੋਡੀ ਹੈ ਸਾਡੀ, ਸਰੀਰ ਹੈ ਨਾ 5 ਤੱਤਾਂ ਦਾ, ਇਹ ਮਾਇਆ ਰੂਪ ਹੈ ਤੇ ਸੰਸਾਰ ਮਾਇਆ ਦਾ ਰੂਪ ਹੈ। ਇਹਦੇ ਵਾਸਤੇ ਸਾਨੂੰ ਮਾਇਆ ਹੀ ਚਾਹੀਦੀ ਹੈ, ਇਹ 'ਚ ਵੀ ਕੋਈ ਸ਼ੱਕ ਨਹੀਂ। ਅਸੀਂ ਗੁਜ਼ਰਾਨ, ਧਨ ਦੌਲਤ ਗੁਜ਼ਰਾਨ ਹੈ, ਤੇ ਸਰੀਰ ਵਾਸਤੇ ਘਰ ਵੀ ਚਾਹੀਦਾ ਹੈ। ਘਰ ਇੱਟਾਂ ਪੱਥਰ ਨਾਲ ਬਣਦਾ ਹੈ, ਉਹ ਪੈਸਿਆਂ ਨਾਲ ਆਉਂਦਾ, ਸਾਰਾ ਕੁਛ ਇਹ ਚੱਲਦਾ। ਇਹ ਤੋਂ ਬਾਅਦ ਅਗਲੀ ਗੱਲ ਸ਼ੁਰੂ ਹੁੰਦੀ ਹੈ ਮੋਹ ਦੀ। ਮੋਹ ਕੀ ਕਹਿੰਦਾ? ਮੋਹ ਕਹਿੰਦਾ ਵੀ ਬਸ ਮੇਰਾ, ਮੈਂ ਮਾਲਕ, ਮੈਂ ਇਸ ਦਾ ਮਾਲਕ, ਮੈਂ ਇਹ ਵਸਤੂ ਮੇਰੀ, ਇੱਥੇ ਕੋਈ ਹੋਰ ਆ ਨਹੀਂ ਸਕਦਾ, ਇਹਨੂੰ ਕੋਈ ਹੋਰ ਲੈ ਨਹੀਂ ਸਕਦਾ, ਇਹ ਮੈਂ ਕਿਸੇ ਹੋਰ ਨੂੰ ਦੇਣੀ ਨਹੀਂ। ਸਾਰੀ ਜ਼ਿੰਦਗੀ ਮੈਂ ਮੇਰੀ ਕਰਦੇ। ਮਹਾਰਾਜ ਕਹਿੰਦੇ ਮੇਰੀ ਕਰਤੇ ਜਨਮ ਗਇਓ। ਹੁਣ ਮੈਂ ਤੇ ਮੇਰੀ ਦਾ ਡਰ ਵੀ ਹੁੰਦਾ। ਤੁਸੀਂ ਦੇਖ ਲੈਣਾ, ਨੋਟ ਕਰਿਓ, ਸਾਡੇ ਆਲੇ ਦੁਆਲੇ ਸਾਨੂੰ ਬੰਦੇ ਮਿਲ ਜਾਣਗੇ ਜਿਹੜੇ ਬਹੁਤੇ ਮੈਂ ਮੇਰੀ 'ਚ ਫਸੇ ਹੁੰਦੇ, ਉਹਨੇ ਕ੍ਰੋਧਿਤ ਹੁੰਦੇ ਨੇ, ਅਸ਼ਾਂਤ ਹੁੰਦੇ ਨੇ, ਅਸ਼ਾਂਤ, ਕੋਈ ਸ਼ਾਂਤੀ ਨਹੀਂ। ਹਮੇਸ਼ਾ ਭਟਕਦੇ ਰਹਿਣਗੇ ਡਰ ਚਿੰਤਾ 'ਚ, ਇਹ ਆਏ ਨਾ ਕਰਦੇ, ਆ ਨਾ ਜਾਏ, ਲੈ ਨਾ ਜਾਏ, ਉਹ ਨਾ ਹੋ ਜਾਏ, ਇਸ ਤਰ੍ਹਾਂ, ਕਿਉਂਕਿ ਮੋਹ ਬਹੁਤ ਜ਼ਬਰਦਸਤ ਹੈ। ਗੁਰਬਾਣੀ ਨੇ ਸਾਡਾ ਮੋਹ ਛਡਵਾ ਦਿੱਤਾ। ਮਹਾਰਾਜ ਕਹਿੰਦੇ ਤੁਸੀਂ ਨਿਰਮੋਹ ਹੋ ਜਾਓ। 10ਵੇਂ ਪਾਤਸ਼ਾਹ ਨੇ ਜਿਹੜੇ ਕਿਲੇ ਬਣਾਏ ਨਾ 5 ਅਨੰਦਪੁਰ ਸਾਹਿਬ 'ਚ, ਉੱਥੇ ਇੱਕ ਕਿਲੇ ਦਾ ਨਾਮ ਹੀ ਨਿਰਮੋਹਗੜ੍ਹ ਰੱਖਿਆ। ਜਦੋਂ ਤੁਸੀਂ ਨਿਰਮੋਹ ਹੋ ਜਾਂਦੇ ਹੋ, ਉਹ ਤੋਂ ਬਾਅਦ ਨਿਡਰ ਹੋਣ ਲੱਗਿਆ ਜਾਂ ਚਿੰਤਾ ਰਹਿਤ ਹੋਣ ਲੱਗਿਆ, ਬਹੁਤਾ ਸਮਾਂ ਨਹੀਂ ਲੱਗਦਾ। ਮੋਹ ਇਸ ਕਰਕੇ ਹੋਣਾ ਵੀ ਦੇਖੋ, ਹੁਣ ਮੋਹ ਕਿਵੇਂ ਟੁੱਟੇਗਾ? ਹੁਣ ਇਹਦੇ ਫਿਰ ਪਿੱਛੇ ਥੋੜਾ ਚੱਲੀਏ। ਹੁਣ ਮੋਹ ਕਿਵੇਂ ਖਤਮ ਹੋ ਗਏ? ਮੋਹ ਖਤਮ ਹੋ ਗਿਆ, ਡਰ ਆਪੇ ਹੀ ਹੋ ਜਾਣਗੇ। ਹੁਣ ਇੱਕ ਸਾਡੇ ਮਨ 'ਚ ਭਰਮ ਹੈ, ਇੱਕ ਅਸੀਂ ਭੁਲੇਖੇ ਵਿੱਚ ਜੀ ਰਹੇ ਹਾਂ ਵੀ ਮੈਂ ਕਰਦਾ, ਮੈਂ ਨਾ ਕੀਤਾ ਤੇ ਇਹ ਕੁਛ ਨਹੀਂ ਹੋਣਾ। ਬਸ ਆਹ ਜਿਹੜਾ ਭਰਮ ਹੈ ਨਾ, ਜਿਸ ਦਿਨ ਇਹ ਦੂਰ ਹੋ ਗਿਆ, ਗੁਰਬਾਣੀ ਕਹਿੰਦੀ ਹੈ ਹਮਾਰਾ ਭਰਮ ਗਿਆ ਭਉ ਭਾਗਾ, ਜਬ ਰਾਮ ਨਾਮ ਚਿਤ ਲੱਗਾ। ਇਹਦੇ ਨਾਲ ਦੂਸਰੇ ਪੱਖ ਥੋੜੇ ਜੁੜੇ ਹੋਏ ਨੇ, ਹੋ ਸਕਦਾ ਤੁਹਾਡੇ ਮਾਈਂਡ 'ਚ ਵੀ ਚੱਲਦੇ ਹੋ। ਪਰ ਭਰਮ ਜਿਤਨਾ ਚਿਰ ਦੂਰ ਨਹੀਂ ਹੁੰਦਾ ਤਾਂ ਡਰ ਕੋਈ ਦੂਰ ਨਹੀਂ ਹੋਣਾ। ਕਰਮ ਅਸੀਂ ਇਉਂ ਕਰਨਾ ਹੈ, ਜਿਹੜਾ ਕਰਮ ਸਾਡੇ ਰਾਹੀਂ ਹੋਣਾ, ਸਾਡੇ ਰਾਹੀਂ ਹੀ ਹੋਣਾ, ਜਦੋਂ ਹੋਣਾ ਉਦੋਂ ਹੀ ਹੋਣਾ। ਪਰ ਅਸੀਂ ਵਿੱਚੋਂ ਕਰਤਾ ਭਾਵ ਬਾਹਰ ਕਰਨਾ ਹੈ, ਮੈਂ ਤੇ ਮੇਰੀ ਨੂੰ ਬਾਹਰ ਕਰਨਾ। ਜਦੋਂ ਉਹ ਬਾਹਰ ਹੁੰਦਾ ਨਾ, ਉੱਥੇ ਨਾ ਤੁਹਾਨੂੰ ਕੋਈ ਚਿੰਤਾ, ਨਾ ਤੁਹਾਨੂੰ ਕੋਈ ਡਰ ਹੈ। ਇੱਕ ਨੌਕਰ ਹੁੰਦਾ ਨਾ, ਮਾਲਕ ਨੇ ਕਹਿ ਦਿੱਤਾ ਨੌਕਰ ਨੂੰ ਵੀ ਆਹ ਵਸਤੂ ਲੈ ਆ ਤੇ ਇੰਨੇ ਪੈਸੇ ਨੇ,
ਆਹ ਵਸਤੂ ਲਿਆ ਕੇ ਇੱਥੇ ਰੱਖ ਦਿੱਤੀ। ਤੁਹਾਨੂੰ ਕੋਈ ਲੈਣਾ, ਤੁਸੀਂ ਪੈਸੇ ਚੱਕੇ ਬਾਜ਼ਾਰ ਗਏ, ਵਸਤੂ ਲਿਆਂਦੀ ਰੱਖ ਦਿੱਤੀ। ਹੁਣ ਉਹਦੇ ਵਿੱਚੋਂ ਕੁਝ ਨਿਕਲੇ ਨਾ ਨਿਕਲੇ, ਘੱਟ ਨਿਕਲੇ ਵੱਧ ਨਿਕਲੇ, ਚੰਗਾ ਨਿਕਲੇ ਮਾੜਾ ਨਿਕਲੇ, ਤੁਸੀਂ ਉਹਦੇ ਜ਼ਿੰਮੇਵਾਰ ਨਹੀਂ। ਤੁਸੀਂ ਕਿਹਾ ਮਾਲਕ ਜੀ ਜਿਵੇਂ ਹੁਕਮ ਕੀਤਾ ਮੈਂ ਤੇ ਉਸ ਦੁਕਾਨ ਤੇ ਗਿਆ, ਤੁਹਾਡੇ ਕਹੇ ਮੁਤਾਬਿਕ ਕਹਿ ਦਿੱਤਾ, ਤੁਸੀਂ ਜਾਣੋ ਤੇ ਤੁਹਾਡਾ ਦੁਕਾਨਦਾਰ ਜਾਣੇ। ਪਰ ਜੇ ਵਿੱਚ ਕਰਤਾ ਭਾਵ ਆ ਗਿਆ ਫਿਰ ਸਮੱਸਿਆ ਖੜੀ ਹੋਏਗੀ। ਇਸੇ ਤਰ੍ਹਾਂ ਕਰਮ ਅਸੀਂ ਉਹ ਕਰ ਰਹੇ ਨੇ। ਪਰਮੇਸ਼ਰ ਨੇ ਸੰਸਾਰ ਬਣਾਇਆ, ਚਲਾਉਣਾ ਉਹਨੇ ਸਾਡੇ ਰਾਹੀਂ ਹੈ, ਉਹਨੇ ਸਾਡੀਆਂ ਡਿਊਟੀਆਂ ਲਾਈਆਂ ਹੋਈਆਂ ਨੇ। ਤੁਧ ਸੰਸਾਰ ਉਪਾਇਆ, ਸਿਰ ਧੰਦਾ ਲਾਇਆ, ਹਰੇਕ ਦੇ ਸਿਰ ਤੇ ਹਰੇਕ ਨੂੰ ਉਹਨੇ ਕੋਈ ਨਾ ਕੋਈ ਧੰਦਾ ਦਿੱਤਾ, ਕਿਰਤ ਦਿੱਤੀ ਹੈ, ਕਰਾ ਰਿਹਾ ਉਹ। ਸਾਨੂੰ ਉਸ ਤਰ੍ਹਾਂ ਦਾ ਹੁਨਰ ਦਿੰਦਾ, ਉਸ ਤਰ੍ਹਾਂ ਦੀ ਸੂਝੀ ਦਿੰਦਾ, ਉਸ ਤਰ੍ਹਾਂ ਦੀ ਅਕਲ, ਮਤ, ਗਿਆਨ, ਕਲਾਕਾਰੀ ਸਭ ਕੁਝ ਦੇ ਦਿੰਦਾ। ਪਰ ਫਿਰ ਵੀ ਹੁਣ ਜਨਮ ਕੀ ਮੈਲ ਪਿੱਛਾ ਨਹੀਂ ਛੱਡਦੀ। ਕਿਤੇ ਨਾ ਕਿਤੇ ਆ ਕੇ ਕਰਤਾ ਭਾਵ ਮੈਂ ਮੇਰੀ ਜੁੜ ਜਾਂਦੀ ਹੈ। ਉਹ ਵੀ ਸਾਡੀ ਅੱਗੇ ਜਾ ਕੇ ਮੋਹ ਬਣਦੀ ਹੈ। ਮੋਹ ਕਾਰਨ ਡਰ ਪੈਦਾ ਹੁੰਦੇ ਨੇ, ਡਰਾਂ ਕਾਰਨ ਫਿਰ ਕਈ ਤਰ੍ਹਾਂ ਦੇ ਪਾਪ ਕਰਦਾ ਹੈ, ਫਿਰ ਕਈ ਤਰ੍ਹਾਂ ਦੇ ਬੰਧਨਾਂ 'ਚ ਜੰਜਾਲਾਂ 'ਚ ਫਸ ਜਾਂਦਾ ਹੈ, ਜਿੱਥੋਂ ਫਿਰ ਨਿਕਲ ਨਹੀਂ ਹੁੰਦਾ ਤੇ ਫਿਰ ਆਉਂਦਾ ਹੀ ਰੋਂਦਾ ਹੀ ਆਉਂਦਾ ਤੇ ਰੋਂਦਾ ਹੀ ਜਾਂਦਾ। ਤੇ ਗੁਰੂ ਸਾਹਿਬ ਕਹਿੰਦੇ ਜਿਹੜੀ ਜੜ ਹੈ ਭਰਮ ਤੇ ਉਹਦੇ ਨਾਲ ਜੁੜੇ ਮੋਹ ਚੋਂ ਨਿਕਲੋ, ਭਰਮ ਚੋਂ ਨਿਕਲੋ, ਸਾਰੀ ਸਮੱਸਿਆ ਆਪੇ ਹੱਲ ਹੋ ਜਾਂਦੀ। ਨਿਰਭਉ ਕੀ ਕਹਿੰਦੇ? ਨਿਰਭਉ ਜਪੈ, ਨਿਰਭਉ ਨੂੰ ਜਪੋ, ਹਰ ਨਿਰਭਉ ਨੂੰ ਧਿਆਓ, ਜਿਹਨੂੰ ਧਿਆ ਕੇ ਸਗਲਾ ਸੇ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਸਾਰੇ ਡਰ ਦੂਰ ਹੋਣਗੇ। ਜੇ ਦੇਖੋ ਹੁਣ ਇੱਕ ਹੋਰ ਬੇਨਤੀ ਕਰਦਾ, ਇੱਕ ਹੁੰਦਾ ਸੰਸਾਰੀ ਡਰ, ਮਾਇਆਵੀ ਡਰ, ਇੱਕ ਹੁੰਦਾ ਨਿਰਮਲ ਡਰ, ਪਵਿੱਤਰ ਡਰ। ਮਾਂ ਬਾਪ ਦੀ ਝਿੜਕ ਵਿੱਚ, ਮਾਂ ਬਾਪ ਦੀ ਗਾਲ ਵਿੱਚ, ਨਿਰਮਲ ਭੋਣੀ ਕਹਿ ਸਕਦੇ ਤੁਸੀਂ। ਬਸ ਇਹ ਫਰਕ ਹੈ। ਸੰਸਾਰ ਦਾ ਮਾਇਆ ਦਾ ਡਰ ਨਿਰਮਲ ਨਹੀਂ ਹੈ, ਪਰਮੇਸ਼ਰ ਦਾ ਡਰ ਨਿਰਮਲ ਹੈ। ਤਾਂ ਹੀ ਕਿਹਾ ਸੀ ਨਿਰੰਜਨ ਦੂਸਰੀ ਲਾਹ, ਹਰ ਦੂਜੜੀ ਲਾਹ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ। ਉਹਦੇ ਚ ਆਉਂਦਾ ਨਿਰਮਲ ਭਉ ਸਭ ਮੈਲ ਗਵਾਇਆ ਬਲਰਾਮ ਜੀ। ਜਦੋਂ ਅਸੀਂ ਉਹਦੇ ਭਉ ਚ ਆ ਜਾਂਦੇ ਹਾਂ ਨਾ, ਹਰ ਤਰ੍ਹਾਂ ਦੀ ਮੈਲ, ਹਰ ਤਰ੍ਹਾਂ ਦਾ ਡਰ ਸਾਡਾ ਖਤਮ ਹੋ ਜਾਂਦਾ ਹੈ। ਇੱਕ ਉਹ ਹੈ ਜੋ ਨਿਰਭਉ ਹੈ। ਨਿਰਭਉ ਨਾਲ ਜੁੜਨਾ, ਨਿਰਭਉ ਨੂੰ ਜਪਣਾ, ਨਿਰਭਉ ਨੂੰ ਸਮਝਣ, ਨਿਰਭਉ ਹੋਣਾ, ਉਹਦੇ ਗੁਣ ਗਾਉਂਦੇ ਗਾਉਂਦੇ ਉਹਨੂੰ ਸਮਝਦੇ, ਉਹਦੇ ਨਾਲ ਜੁੜ ਕੇ ਅਸੀਂ ਵੀ ਨਿਰਭਉ ਹੋ ਜਾਂਦੇ। ਹਾਂਜੀ, ਇੱਥੇ ਸਮਾਪਤੀ ਹੈ। ਧੰਨਵਾਦ। ਹੁਣ ਜੇ ਸੰਗਤਾਂ ਨੇ ਸਵਾਲ ਜਵਾਬ ਕਰਨੇ ਨੇ, ਆਪਣੇ ਸੁਝਾਅ ਦੇਣੇ ਹਨ, ਜੀ ਆਇਆਂ ਨੂੰ।